ਮੇਰਾ ਨਾਮ ਡਾਕਟਰ ਮੁਬੀਨ ਸੈਯਦ ਹੈ ਅਤੇ ਅਸੀਂ ਪੰਜਾਬੀ ਦੇ ਵਿੱਚ ਇਮਿਊਨੋਲੋਜੀ ਦੇ ਲੈਕਚਰ ਕਰਾਂਗੇ। ਮੇਰੀ ਪੰਜਾਬੀ ਜਿਹੜੀ ਹੈ ਉਹ ਲਾਹੌਰੀ ਵੀ ਅਤੇ ਅਮਰੀਕੀ ਵੀ, ਸੋ ਮੈਂ ਮਾਜ਼ਰਤ ਚਾਹੁੰਦਾ ਜੇ ਪੰਜਾਬੀ ਦੇ ਵਿੱਚ ਕੁਛ ਖਲਲ ਹੈ, ਲੇਕਿਨ ਲੈਟਸ ਸਟਾਰਟ। ਜਿਹੜਾ ਲੈਕਚਰ ਮੈਂ ਅੱਜ ਕਰਨਾ ਚਾਹ ਰਿਹਾ ਵਾਂ ਉਹ ਵੇ ਇਮਿਊਨ ਸਿਸਟਮ ਦਾ ਓਵਰਵਿਊ, ਕਿ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ। ਜਿਸ ਵੇਲੇ ਮੈਂ ਮੈਡੀਕਲ ਸਟੂਡੈਂਟਸ ਹਾਂ ਜਾਂ ਮੇਰੇ ਬਹੁਤ ਸਾਰੇ ਜਿਹੜੇ ਮੈਡੀਕਲ ਸਟੂਡੈਂਟਸ ਨੇ ਜਿਹੜੇ ਮੇਰੇ ਕੋਲੋਂ ਪੜ੍ਹਦੇ ਨੇ, ਉਹਨਾਂ ਨੂੰ ਇਮਿਊਨ ਸਿਸਟਮ ਨੂੰ ਜਿਸ ਵੇਲੇ ਬੁੱਕਸ ਵਗੈਰਾ 'ਚੋਂ ਇਮਿਊਨੋਲੋਜੀ ਦੀ ਬੁੱਕਸ 'ਚੋਂ ਪੜ੍ਹੋ ਤਾਂ ਮੁਖਤਲਿਫ ਹਿੱਸੇ ਉਹਦੇ ਅਲੱਗ-ਅਲੱਗ ਤੇ ਨਜ਼ਰ ਆਉਂਦੇ ਨੇ, ਲੇਕਿਨ ਉਹਨਾਂ ਨੂੰ ਇੱਕ ਪਿਕਚਰ ਵਿੱਚ ਇਕੱਠਾ ਕਰਕੇ ਅੰਡਰਸਟੈਂਡ ਕਰਨਾ ਕਿ ਕਿਸ ਤਰ੍ਹਾਂ ਸਾਰੇ ਸੈੱਲ ਮਿਲ ਕੇ ਕੰਮ ਕਰਦੇ ਪਏ ਨੇ, ਉਹ ਜ਼ਰਾ ਮੁਸ਼ਕਿਲ ਹੈ। ਸੋ ਮੇਰਾ ਜਿਹੜਾ ਪਰਪਜ਼ ਹੈ ਅੱਜ ਉਹ ਹੈ ਵੇ ਕਿ ਮੈਂ ਉਹ ਇੱਕ ਬਿਗ ਪਿਕਚਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਾਂ। ਸੋ ਲੈਟਸ ਹੈਵ ਦੈਟ ਡਿਸਕਸ਼ਨ। ਐਨ ਓਵਰਵਿਊ ਆਫ ਦ ਇਮਿਊਨ ਸਿਸਟਮ। ਦੇਖੋ ਅਸੀਂ ਇੱਥੋਂ ਸ਼ੁਰੂ ਕਰਨੇ ਹਾਂ। ਫਰਜ਼ ਕਰੋ ਕਿ ਮੇਰੀ ਉਂਗਲੀ ਦੇ ਵਿੱਚ ਕਿੱਥੇ ਇੰਜਰੀ ਹੋਈ ਹੈ ਅਤੇ ਉੱਥੇ ਇਨਫੈਕਸ਼ਨ ਹੋ ਗਈ, ਉੱਥੇ ਕੋਈ ਬੈਕਟੀਰੀਆ, ਕੋਈ ਵਾਇਰਸਿਸ ਜਿਹੜੇ ਸਕਿਨ 'ਤੇ ਸਨ ਜਾਂ ਜਿਸ ਸ਼ੈ ਨਾਲ ਇੰਜਰੀ ਹੋਈ ਹੈ ਜਿਹੜੇ ਉਹਦੇ ਉੱਤੇ ਸਨ, ਉਹ ਮੇਰੀ ਉਂਗਲੀ ਦੇ ਵਿੱਚ ਚਲੇ ਗਏ ਨੇ। ਹੁਣ ਬੈਕਟੀਰੀਆ ਉੱਥੇ ਜਾ ਕੇ ਅੰਦਰ ਮਲਟੀਪਲਾਈ ਹੋ ਰਹੇ ਨੇ, ਡਿਵਾਈਡ ਹੋ ਰਹੇ ਨੇ, ਵਧਣ ਡੇ ਨੇ। ਇਹ ਜਿਹੜੇ ਬੈਕਟੀਰੀਆ ਇੱਥੇ ਵੱਧ ਰਹੇ ਨੇ ਨਾ, ਉਹਨਾਂ ਵਿੱਚੋਂ ਕੁਛ ਬੈਕਟੀਰੀਆ ਜਿਹੜੇ ਲੋਕਲ ਲਿੰਫੈਟਿਕ ਚੈਨਲਸ ਨੇ ਉਹਨਾਂ ਦੇ ਥਰੂ, ਉਹਨਾਂ ਦੇ 'ਚ ਬਹਿੰਦੇ ਹੋਏ, ਫਲੋਟ ਕਰਦੇ ਹੋਏ ਲੋਕਲ ਲਿੰਫ ਨੋਡਸ 'ਤੇ ਪਹੁੰਚ ਜਾਣਗੇ। ਫੋਰ ਐਗਜ਼ਾਮਪਲ ਜੇ ਬਾਜ਼ੂ ਦੇ ਜਿਹੜੇ ਲਿੰਫ ਨੋਡਸ ਨੇ ਐਕਸਿਲਰੀ ਏਰੀਆ 'ਚ, ਸਰਵੀਕਲ ਏਰੀਆ 'ਚ, ਕਲੈਵੀਕੂਲਰ ਏਰੀਆ 'ਚ, ਉਹ ਉਂਗਲੀ ਤੋਂ ਸਾਰੇ ਫਲੋਟ ਕਰਦੇ ਹੋਏ ਨਾ ਉੱਥੇ ਲਿੰਫ ਨੋਡਸ ਤੱਕ ਪਹੁੰਚ ਜਾਣਗੇ। ਸੋ ਇਹ ਬੈਕਟੀਰੀਆ ਫਲੋਟ ਕਰਕੇ ਉੱਥੇ ਪਹੁੰਚ ਗਿਆ। ਤੁਹਾਨੂੰ ਜਿਹੜੀਆਂ ਅਕਸਰ ਇਮਿਊਨੋਲੋਜੀ ਦੀ ਬੁੱਕਸ 'ਚ ਡਾਇਗਰਾਮਸ ਤੁਸੀਂ ਪੜ੍ਹਦੇ ਹੋ ਜਾਂ ਦੇਖਦੇ ਹੋ, ਉਹਦੇ ਵਿੱਚ ਉਹ ਮੈਕਰੋਫੇਜ ਬਣਿਆ, ਫਿਰ ਹੈਲਪਰ ਸੈੱਲ ਬਣਿਆ, ਬੀ ਸੈੱਲ ਬਣਿਆ। ਉਹ ਮੈਕਰੋਫੇਜ 'ਤੇ ਬੈਠਾ ਉਂਗਲੀ ਦੇ ਵਿੱਚ, ਅਤੇ ਜਿਹੜੇ ਬੀ ਅਤੇ ਟੀ ਸੈੱਲ ਨੇ ਉਹ ਬੈਠੇ ਨੇ ਲਿੰਫ ਨੋਡ ਵਿੱਚ। ਅਤੇ ਉਹ ਡਾਇਗਰਾਮ ਇਹ ਨਹੀਂ ਦੱਸਦੀ ਕਿ ਉਹ ਪੈਥੋਜਨ ਨੇ ਇੱਥੋਂ ਇੱਥੇ ਪਹੁੰਚਣਾ ਜਾਂ ਮੈਕਰੋਫੇਜ ਨੇ ਪੈਥੋਜਨ ਨੂੰ ਗ੍ਰਿਫਤਾਰ ਕਰਕੇ ਇੱਥੋਂ ਇੱਥੇ ਪਹੁੰਚਣਾ ਅਤੇ ਫਿਰ ਇੱਥੇ ਬਾਕੀ ਕੰਮ ਹੋ ਰਿਹਾ। ਸੋ ਇਸ ਲਈ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਵਾਂ ਕਿ ਪੈਥੋਜਨ ਆਪੇ ਵੀ, ਪੈਥੋਜਨ ਦਾ ਮਤਲਬ ਹੈ ਕਿ ਕੋਈ ਐਸਾ ਬੈਕਟੀਰੀਆ, ਵਾਇਰਸ, ਫੰਗਸ ਜਿਹੜਾ ਸਾਨੂੰ ਨੁਕਸਾਨ ਕਰ ਸਕਦਾ ਹੈ, ਉਹ ਆਪੇ ਵੀ ਫਲੋਟ ਕਰਦਾ ਹੈ, ਲਿੰਫ ਨੋਡ ਵਿੱਚ ਪਹੁੰਚ ਜਾਂਦਾ ਹੈ ਅਤੇ ਇੱਥੋਂ ਅਰੈਸਟ ਹੋ ਕੇ ਮੈਕਰੋਫੇਜਸ ਜਾਂ ਡੈਂਡ੍ਰਿਟਿਕ ਸੈੱਲ ਵੀ ਉਹਨੂੰ ਲੈ ਕੇ ਅਤੇ ਲਿੰਫ ਨੋਡ ਵਿੱਚ ਜਾ ਸਕਦੇ ਨੇ। ਅੱਛਾ, ਹੁਣ ਇਮਿਊਨ ਸਿਸਟਮ ਜਿਹੜਾ ਨਾ, ਉਹਦੀਆਂ ਦੋ ਵੱਡੇ ਹਿੱਸੇ ਨੇ। ਇੱਕ ਕਹਿਲਾਉਂਦਾ ਇਨੇਟ ਆਰਮ ਅਤੇ ਦੂਸਰਾ ਕਹਿਲਾਉਂਦਾ ਐਕਵਾਇਰਡ ਆਰਮ। ਇਨੇਟ ਆਰਮ ਜਿਹੜਾ ਵੇ ਉਹਦਾ ਕੰਮ ਹੈ ਕਿ ਜਿਸ ਵੇਲੇ ਕੋਈ ਪੈਥੋਜਨ ਆਉਂਦਾ ਹੈ, ਕੋਈ ਵਾਇਰਸ ਹੈ, ਕੋਈ ਬੈਕਟੀਰੀਆ ਹੈ, ਫੰਗਸ ਹੈ, ਅਤੇ ਉਹ ਉਹਨੂੰ ਫੌਰੀ ਤੌਰ 'ਤੇ ਹੈਂਡਲ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਹ ਐਕਟੀਵੇਟ ਹੋ ਜਾਂਦਾ ਹੈ 10-12 ਘੰਟਿਆਂ ਤੋਂ ਲੈ ਕੇ ਵਿਦਿਨ 1 to 2 days। ਇਹਦੇ ਜਿਹੜੇ ਜ਼ਿਆਦਾ ਅਹਿਮ ਸੈੱਲ ਨੇ ਮੈਕਰੋਫੇਜਸ, ਡੈਂਡ੍ਰਿਟਿਕ ਸੈੱਲਸ, ਨਿਊਟ੍ਰੋਫਿਲਸ, NK ਨੈਚੁਰਲ ਕਿਲਰ ਸੈੱਲਸ ਵਗੈਰਾ। ਅਤੇ ਅਸੀਂ ਇਹ ਦੇਖਦੇ ਹਾਂ, ਫਰਜ਼ ਕਰੋ ਜੀ ਇਹ ਮੇਰੀ ਉਂਗਲੀ ਦੇ ਵਿੱਚ ਇੱਕ ਬੈਕਟੀਰੀਅਮ ਬੈਠਾ ਹੈ। ਜਿਹੜੇ ਫੋਰਨ ਪੈਥੋਜਨਸ ਨੇ, ਯਾਨੀ ਜਿਹੜੇ ਬਾਹਰੋਂ ਆਏ ਨੇ, ਉਹਨਾਂ ਦੀ ਸਰਫੇਸ ਦੇ ਉੱਤੇ ਪੈਟਰਨਸ ਹੁੰਦੇ ਨੇ ਜਿਨ੍ਹਾਂ ਨੂੰ ਸਾਡੇ ਇਨੇਟ ਆਰਮ ਦੇ ਜਿਹੜੇ ਮੈਕਰੋਫੇਜਸ ਅਤੇ ਡੈਂਡ੍ਰਿਟਿਕ ਸੈੱਲਸ ਨੇ ਉਹ ਉਹਨਾਂ ਨੂੰ ਪਹਿਚਾਣ ਸਕਦੇ ਨੇ। ਮੈਕਰੋਫੇਜਸ ਅਤੇ ਡੈਂਡ੍ਰਿਟਿਕ ਸੈੱਲ ਦੇ ਉੱਤੇ ਰਿਸੈਪਟਰ ਲੱਗੇ ਹੁੰਦੇ ਨੇ। ਤੁਸੀਂ ਸਮਝੋ ਉਹਨਾਂ ਦੀਆਂ ਛੋਟੀਆਂ-ਛੋਟੀਆਂ ਬਾਹਾਂ ਨੇ ਅਤੇ ਹੱਥ ਨੇ, ਅਤੇ ਉਹ ਮੁਸਲਸਲ ਅੱਖਾਂ ਬੰਦ ਕਰਕੇ ਬੈਠੇ ਨੇ ਅਤੇ ਹਰ ਸ਼ੈ ਜਿਹੜੀ ਕਰੀਬੋਂ ਗੁਜ਼ਰ ਰਹੀ ਨਾ ਉਹਨੂੰ ਟੱਚ ਕਰਕੇ ਦੇਖ ਰਹੇ ਨੇ ਕਿ ਕੀ ਹੈ। ਅਤੇ ਜੇ ਤਾਂ ਉਹ ਫੋਰਨ ਸ਼ੈ ਵੇ ਕੋਈ, ਅਤੇ ਉਹਨਾਂ ਦੇ ਉਹ ਪੈਟਰਨ ਜਿਹੜੇ ਰਿਸੈਪਟਰ ਨੇ ਨਾ ਉਸ ਸ਼ੈ ਨਾਲ ਚਿਮੜ ਜਾਂਦੇ ਨੇ। ਇਹਨਾਂ ਨੂੰ ਕਹਿੰਦੇ ਨੇ PRR, ਪੈਟਰਨ ਰੈਕਗਨੀਸ਼ਨ ਰਿਸੈਪਟਰਸ। ਇਹਨਾਂ ਦੀ ਮਿਸਾਲਾਂ ਨੇ, ਇਹਨਾਂ ਦੀ ਫਰਦਰ ਕੈਟੇਗਰੀਜ਼ ਨੇ। ਫੋਰ ਐਗਜ਼ਾਮਪਲ ਟਾਲ ਲਾਈਕ ਰਿਸੈਪਟਰਸ ਇੱਕ ਕੈਟੇਗਰੀ ਹੈ, ਔਰ ਐਸਾ ਹੋਰ ਵੀ ਨੇ। ਅਤੇ ਟਾਲ ਲਾਈਕ ਰਿਸੈਪਟਰ ਦੈਮਸੈਲਵਸ ਹੈਵ ਮੋਰ ਕੈਟੇਗਰੀਜ਼। ਫੋਰ ਐਗਜ਼ਾਮਪਲ ਟਾਲ ਲਾਈਕ ਰਿਸੈਪਟਰ 1, 2, 3 ਐਟਸੈਟਰਾ। ਅਤੇ ਇੱਥੇ ਜਿਹੜਾ ਮੈਕਰੋਫੇਜ ਹੈ, ਇਹ ਜਿਹੜਾ ਬਾਈਂਡ ਕਰ ਰਿਹਾ ਹੈ ਇਸ ਉਹਦੇ ਨਾਲ, ਪੈਥੋਜਨ ਨਾਲ, ਉਹ ਇਹ ਜਿਹੜੀ ਸ਼ੈ ਬਾਈਂਡ ਕਰ ਰਹੀ ਹੈ, ਇਹ ਪੈਟਰਨ ਰੈਕਗਨੀਸ਼ਨ ਰਿਸੈਪਟਰ ਹੈ ਜਾਂ ਟਾਲ ਲਾਈਕ ਰਿਸੈਪਟਰ ਹੈ। ਇਸੇ ਤਰ੍ਹਾਂ ਇੱਧਰ ਡੈਂਡ੍ਰਿਟਿਕ ਸੈੱਲ ਹੈ, ਉਹ ਵੀ ਬਾਈਂਡ ਹੋ ਰਿਹਾ। ਅੱਛਾ, ਇੱਕ ਹੋਰ ਮਜ਼ੇ ਦੀ ਗੱਲ ਹੈ ਵੇ ਕਿ ਜਿਹੜੇ ਮੈਕਰੋਫੇਜਸ, ਡੈਂਡ੍ਰਿਟਿਕ ਸੈੱਲਸ ਜਾਂ ਇਨੇਟ ਆਰਮ ਸੈੱਲ ਨੇ,
ਉਹ ਨਾ ਸਿਰਫ ਫੋਰਨ ਮਟੀਰੀਅਲ ਨੂੰ ਦੇਖ ਸਕਦੇ ਨੇ, ਉਹ ਫੋਰਨ ਮਟੀਰੀਅਲ ਉੱਤੇ ਜਿਹੜੇ ਪੈਟਰਨ ਬਣੇ ਹੁੰਦੇ ਨੇ ਨਾ, ਇਹਨਾਂ ਨੂੰ ਕਹਿੰਦੇ ਨੇ ਪੈਥੋਜਨ ਐਸੋਸੀਏਟਿਡ ਮੋਲੀਕੂਲਰ ਪੈਟਰਨ ਜਾਂ ਪੈਂਪ। ਅਤੇ ਮੈਕਰੋਫੇਜ ਅਤੇ ਡੈਂਡ੍ਰਿਟਿਕ ਸੈਲਸ ਪੈਂਪਸ ਨੂੰ ਪਹਿਚਾਣ ਸਕਦੇ ਨੇ। ਇਸੇ ਤਰ੍ਹਾਂ ਜੇ ਸਾਡੀ ਬੋਡੀ 'ਚ ਫੋਰ ਐਗਜ਼ਾਮਪਲ ਇਨਫੈਕਸ਼ਨ ਹੋਈ ਹੈ ਜਾਂ ਕੋਈ ਇੰਜਰੀ ਹੋਈ ਹੈ ਅਤੇ ਕੁਝ ਸੈੱਲ ਟੁੱਟ ਗਏ ਨੇ, ਜਿਹੜੇ ਸੈੱਲ ਟੁੱਟੇ ਨੇ ਨਾ, ਉਹਨਾਂ ਸੈੱਲਾਂ ਦੇ ਵਿੱਚੋਂ ਨਿਊਕਲੀਅਸ ਅਤੇ mRNA ਅਤੇ DNA ਅਤੇ ਮਾਈਟੋਕੌਂਡਰੀਆ ਉਹ ਬਾਹਰ ਆ ਜਾਂਦੇ ਨੇ। ਅਤੇ ਇਮਿਊਨ ਸੈੱਲ, ਇਹ ਜਿਹੜੇ ਇਨੇਟ ਆਰਮ ਸੈੱਲ ਨੇ, ਇਹ ਉਹਨਾਂ ਨੂੰ ਵੀ ਪਹਿਚਾਣਦੇ ਨੇ। ਉਹਨਾਂ ਨੂੰ ਕਹੀਦਾ ਡੈਮੇਜ ਐਸੋਸੀਏਟਿਡ ਮੋਲੀਕੂਲਰ ਪੈਟਰਨਸ ਜਾਂ ਡੈਂਪਸ। ਜਿਹੜੇ ਡੈਂਪਸ ਨੇ, ਉਹ ਜਿਹੜਾ ਸੈੱਲ ਦੇ ਵਿੱਚ ਡੈਮੇਜ ਹੋਇਆ ਅਤੇ ਟੁੱਟਾ ਸੈੱਲ ਦੇ ਜਿਹੜੇ ਪੈਟਰਨਸ ਨੇ ਨਾ, ਜਿਹੜੇ ਉਹਦੇ ਵਿੱਚੋਂ ਛਾਵਾਂ ਨਿਕਲਦੀਆਂ, ਇਹ ਉਹਨਾਂ ਨੂੰ ਵੀ ਪਹਿਚਾਣ ਸਕਦੇ ਨੇ। ਅੱਛਾ, ਹੁਣ ਦੇਖੋ ਕੀ ਹੁੰਦਾ ਕੀ ਹੈ। ਫਰਜ਼ ਕਰੋ ਮੈਕਰੋਫੇਜ ਹੈ। ਇਸ ਮੈਕਰੋਫੇਜ ਨੇ ਇਹ ਜਿਹੜਾ ਪੈਥੋਜਨ ਸੀ ਇਹਨੂੰ ਖਾ ਲਿੱਤਾ। ਇਹਨੂੰ ਖਾਣ ਦਾ ਜਿਹੜਾ ਤਰੀਕਾ ਉਹਨੂੰ ਕਹਿੰਦੇ ਨੇ ਫੈਗੋਸਾਈਟੋਸਿਸ। ਫੈਗੋਸਾਈਟੋਸਿਸ ਦਾ ਮਤਲਬ ਹੈ, ਫੈਗੋ ਦਾ ਮਤਲਬ ਹੈ ਖਾਣਾ, ਫੈਗੋਸਾਈਟੋਸਿਸ ਸੈੱਲ ਨੇ ਖਾ ਲਿਆ। ਇਹ ਖਾ ਕੇ ਨਾ ਉਹਨੂੰ ਅਰੈਸਟ ਕਰਕੇ ਅਤੇ ਇੱਕ ਛੋਟੇ ਜਿਹੇ ਵੈਸੀਕਲ ਵਿੱਚ ਰੱਖ ਦਿੰਦਾ, ਉਹਨੂੰ ਫੈਗੋਸੋਮ ਕਹਿੰਦੇ ਨੇ। ਇਹ ਛੋਟਾ ਜਿਹਾ ਇੱਕ ਬੈਗ ਬਣਾ ਲੈਂਦਾ। ਅੱਛਾ, ਹੁਣ ਮੈਕਰੋਫੇਜਸ ਦੇ ਵਿੱਚ ਅਤੇ ਡੈਂਡ੍ਰਿਟਿਕ ਸੈੱਲ ਦੋਵਾਂ ਦੇ ਵਿੱਚ ਹੋਰ ਐਨਜ਼ਾਈਮਸ ਦੇ ਛੋਟੇ ਛੋਟੇ ਬੈਗ ਬਣੇ ਨੇ, ਵੈਸੀਕਲਸ ਨੇ, ਜਿਨ੍ਹਾਂ ਦੇ ਵਿੱਚ ਲਾਈਸੋਸੋਮ ਪਏ ਹੁੰਦੇ ਨੇ। ਲਾਈਸੋਸੋਮ ਕੀ ਸ਼ਾਮਲ ਨੇ? ਲਾਈਸੋਸੋਮ ਲਿਟਿਕ ਐਨਜ਼ਾਈਮਸ ਨੇ। ਫੋਰ ਐਗਜ਼ਾਮਪਲ DNA ਨੂੰ ਤੋੜਨ ਵਾਲੇ ਐਨਜ਼ਾਈਮ, RNA ਤੋੜਨ ਵਾਲੇ, ਪ੍ਰੋਟੀਨ ਤੋੜਨ ਵਾਲੇ, ਲਿਪਿਡ ਤੋੜਨ ਵਾਲੇ। ਸੋ ਦੇ ਆਰ ਕਾਲਡ ਪ੍ਰੋਟੀਏਜ਼ਸ, DNases, RNases ਐਂਡ ਸੋ ਔਨ, ਲਾਈਪੇਜ਼ਸ। ਸੋ ਉਹ ਲਾਈਸੋਸੋਮ ਜਿਹੜਾ ਫਿਊਜ਼ ਕਰ ਦਿੱਤਾ ਜਾਂਦਾ ਫੈਗੋਸੋਮ ਦੇ ਨਾਲ। ਲਾਈਸੋਸੋਮ ਦੇ ਅੰਦਰੋਂ ਜਿਹੜੇ ਐਨਜ਼ਾਈਮ ਨੇ ਸਪਿਲ ਹੁੰਦੇ ਨੇ ਫੈਗੋਸੋਮ ਦੇ ਵਿੱਚ, ਅਤੇ ਜਿਹੜਾ ਫੈਗੋਸੋਮ ਦੇ ਵਿੱਚ ਬੈਕਟੀਰੀਆ ਜਾਂ ਵਾਇਰਸ ਫੜਿਆ ਹੋਇਆ ਨਾ, ਫੰਗਸ, ਉਹ ਵਿਚਾਰੇ ਦਾ ਤਬਾਹੀ ਮਚ ਜਾਂਦੀ, ਉਹ ਟੋਟੇ ਹੋ ਜਾਂਦਾ। ਇਹ ਤਾਂ ਲੱਗਦਾ ਕੋਈ ਪੰਜਾਬੀ ਫਿਲਮ ਚੱਲਦੀ ਪਈ। ਉਹ ਟੋਟੇ ਹੋ ਜਾਂਦਾ, ਰਾਈਟ। ਜਿਸ ਵੇਲੇ ਉਹ ਟੋਟੇ ਹੋ ਜਾਂਦਾ ਨਾ, ਤਾਂ ਉਹਦੇ ਛੋਟੇ ਟੋਟੇ ਜਿਹੜੇ ਨੇ, ਉਹ ਮੈਕਰੋਫੇਜ ਜਾਂ ਡੈਂਡ੍ਰਿਟਿਕ ਸੈੱਲ ਆਪਣੀ ਸਰਫੇਸ ਦੇ ਉੱਤੇ, ਇਮੈਜਿਨ ਕਰੋ ਕਿ ਤੁਸੀਂ ਜੋ ਸੈੱਲ ਹੋ ਤਾਂ ਆਪਣਾ ਇੱਕ ਨਵਾਂ ਤੁਹਾਡਾ ਹੱਥ ਨਿਕਲਦਾ, ਉਹਦੇ 'ਚ ਤੁਸੀਂ ਉਹਦਾ ਛੋਟਾ ਜਿਹਾ ਟੁਕੜਾ ਫੜਿਆ। ਉਹ ਜਿਹੜਾ ਹੱਥ ਹੈ ਨਾ, ਜਿਹੜਾ ਆਰਮ ਹੈ, ਉਹਨੂੰ ਕਹਿੰਦੇ ਨੇ MHC2, ਮੇਜਰ ਹਿਸਟੋਕੰਪੈਟੀਬਿਲਿਟੀ ਕੰਪਲੈਕਸ ਨੰਬਰ 2। ਅਤੇ ਉਹਦੇ ਉੱਤੇ ਉਹਨੇ ਐਂਟੀਜਨ, ਜਿਹੜਾ ਛੋਟਾ ਜਿਹਾ ਟੁਕੜਾ ਫੜਿਆ ਪੈਥੋਜਨ ਦਾ, ਉਹਨੂੰ ਕਹਿੰਦੇ ਨੇ ਐਂਟੀਜਨ। ਜਿਹੜੇ ਹਿਸਟੋਕੰਪੈਟੀਬਿਲਿਟੀ ਕੰਪਲੈਕਸਿਸ ਨੇ ਨਾ, ਦੋ ਤਰ੍ਹਾਂ ਦੇ ਹੁੰਦੇ ਨੇ। ਬਹੁਤ ਸਾਰੀ ਕਿਸਮ ਦੇ ਨੇ। ਜਿਹੜੇ ਇਮਿਊਨ ਸਿਸਟਮ ਵਿੱਚ ਅਸੀਂ ਪੜ੍ਹਨੇ ਨੇ, ਉਹ ਦੋ ਨੇ, MHC1 ਅਤੇ MHC2। ਜਿਹੜੇ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਨੇ, ਪ੍ਰੋਫੈਸ਼ਨਲ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ, APCs, ਇਹ ਕਿਹੜੇ ਸੈੱਲ ਨੇ? ਡੈਂਡ੍ਰਿਟਿਕ ਸੈੱਲ, ਮੈਕਰੋਫੇਜ, B ਸੈੱਲ। ਇਹਨਾਂ ਨੇ ਐਂਟੀਜਨ ਨੂੰ ਪਹਿਲੇ ਇਹਨਾਂ ਨੇ ਗ੍ਰਿਫਤਾਰ ਕਰਨਾ ਪੈਥੋਜਨ ਨੂੰ, ਉਹਨੂੰ ਖਾਣਾ ਪੀਣਾ, ਉਹਦੇ ਟੋਟੇ ਕਰਨੇ ਨੇ। ਫਿਰ ਉਹਨਾਂ ਟੋਟਿਆਂ ਨੂੰ ਇਹਨਾਂ ਨੇ ਜਿਹੜਾ ਨਾ MHC2 ਉੱਤੇ ਦਿਖਾਣਾ। ਸਾਡੇ ਸਾਰੇ ਸੈੱਲ ਜਿਹੜੇ ਨੇ, ਭਾਵੇਂ ਉਹ ਮੈਕਰੋਫੇਜਸ ਹੋਣ ਜਾਂ ਨਾ ਹੋਣ, ਜਿਹੜੇ ਬਾਕੀ ਸਾਰੇ ਨਿਊਕਲੀਏਟਿਡ ਸੈੱਲ ਨੇ, ਜੇ ਉਹ ਇਨਫੈਕਟ ਹੋ ਜਾਣ ਜਾਂ ਉਹਨਾਂ ਦੇ ਅੰਦਰ ਕੈਂਸਰ ਬਣ ਜਾਏ, ਅਤੇ ਉਹ ਜਿਹੜਾ ਅੰਦਰ ਉਹਨਾਂ ਦੀ ਇਨਫੈਕਸ਼ਨ ਜਿਹੜੀ ਸ਼ਾਇਦ ਕਰਦੀ ਪਈ ਹੈ, ਜੇ ਕੈਂਸਰ ਬਣਾ ਰਹੀ ਹੈ, ਉਹ ਜਿਹੜੀਆਂ ਪ੍ਰੋਟੀਨਸ ਨੇ ਨਾ, ਕੋਈ ਵਾਇਰਸ ਹੈ ਜਾਂ ਫੰਗਸ ਹੈ ਜਾਂ ਕੋਈ ਕੈਂਸਰ ਦੇ ਟੁਕੜੇ ਨੇ, ਉਹਨਾਂ ਨੂੰ ਆਮ ਸੈੱਲ MHC1 ਉੱਤੇ ਦਿਖਾਉਂਦਾ। ਸੋ ਇਹ ਗੱਲ ਯਾਦ ਰੱਖਣੀ, MHC1 ਆਲ ਨਿਊਕਲੀਏਟਿਡ ਸੈੱਲਸ ਅਤੇ MHC2 ਪ੍ਰੋਫੈਸ਼ਨਲ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ। ਅੱਛਾ, ਇੱਕ ਹੋਰ ਗੱਲ ਮਜ਼ੇ ਦੀ ਹੈ, ਜੇ ਪ੍ਰੋਫੈਸ਼ਨਲ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਆਪੇ ਇਨਫੈਕਟ ਹੋ ਜਾਏ, ਦੇਖੋ ਪ੍ਰੋਫੈਸ਼ਨਲ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਜਿਹੜਾ ਨਾ, ਉਹ ਪੈਥੋਜਨ ਨੂੰ ਖਾਂਦਾ ਆਪੇ, ਯਾਨੀ ਆਪਣੀ ਮਰਜ਼ੀ ਨਾਲ ਫੜਦਾ। ਲੇਕਿਨ ਜੇ ਉਹ ਇਨਫੈਕਟ ਹੋ ਜਾਏ, ਜ਼ਬਰਦਸਤੀ ਉਹਦੇ 'ਚ ਕੋਈ ਪੈਥੋਜਨ ਆ ਜਾਏ, ਅਤੇ ਫਿਰ ਉਹ ਉਹਨੂੰ MHC1 ਉੱਤੇ ਕਰੇਗਾ। ਸੋ ਜਿਹੜਾ ਇਨਫੈਕਟਿਡ ਸੈੱਲ ਹੈ, ਉਹ ਪੈਥੋਜਨ ਦੇ ਟੋਟਿਆਂ ਨੂੰ, ਐਂਟੀਜਨਸ ਨੂੰ MHC1 'ਤੇ ਦਿਖਾਉਂਦਾ, ਅਤੇ ਜਿਹੜਾ ਪ੍ਰੋਫੈਸ਼ਨਲ ਸੈੱਲ ਹੈ, ਜਿਹਨੇ ਆਪੇ ਆਪਣੀ ਮਰਜ਼ੀ ਨਾਲ ਅਰੈਸਟ ਕੀਤਾ, ਉਹ ਉਹਨੂੰ, ਉਹਦੇ ਟੋਟਿਆਂ ਨੂੰ MHC2 'ਤੇ ਦਿਖਾਏਗਾ। ਇਹ ਯਾਦ ਰੱਖਣਾ। ਅੱਛਾ, ਸੋ ਫੈਗੋਸਾਈਟੋਸ ਨੇ ਇਹ ਕੀਤਾ, ਉਹਨੇ ਮੈਕਰੋਫੇਜ ਨੇ ਇਹ ਕੀਤਾ। ਇਹ ਜਿਹੜਾ ਡੈਂਡ੍ਰਿਟਿਕ ਸੈੱਲ ਹੈ ਨਾ, ਇਹ ਜਿਸ ਵੇਲੇ ਪੈਥੋਜਨ ਨੂੰ ਫੈਗੋਸਾਈਟੋਸ ਕਰਦਾ ਹੈ, ਅਤੇ ਇਹ ਉੱਥੋਂ ਦੌੜ ਲਾ ਦਿੰਦਾ ਹੈ, ਲਿੰਫੈਟਿਕ ਚੈਨਲਸ ਦੇ ਵਿੱਚ ਫਲੋਟ ਕਰਦਾ ਹੋਇਆ ਲਿੰਫ ਨੋਡ 'ਤੇ ਪਹੁੰਚ ਜਾਂਦਾ। ਮੈਕਰੋਫੇਜ ਜਿਸ ਵੇਲੇ ਇਨੀਸ਼ੀਅਲ ਇਨਫੈਕਸ਼ਨ ਹੁੰਦੀ ਹੈ ਨਾ, ਅਤੇ ਉਹ ਲਿੰਫ ਨੋਡਲ ਘਟ ਜਾਂਦਾ, ਉਹ ਉਸੇ ਜਗ੍ਹਾ 'ਤੇ ਬਹਿ ਕੇ ਪੈਥੋਜਨਸ ਨੂੰ ਕਲੀਅਰ ਕਰਦਾ, ਉਹਨਾਂ ਨੂੰ ਖਾਂਦਾ ਪੀਂਦਾ, ਉਹਨਾਂ ਦੇ ਟੋਟੇ ਕਰਦਾ।
ਤੇ ਜਿਹੜਾ ਵੇ ਡੈਂਡਰਿਟਿਕ ਸੈੱਲ, ਇਹਦੀ 'ਚ ਕੈਪੇਬਿਲਿਟੀ ਹੁੰਦੀ ਹੈ, ਇਹ ਐਜਾਈਲ ਹੁੰਦਾ ਹੈ ਅਤੇ ਇਹ ਭੱਜ ਕੇ ਅਤੇ ਲਿੰਫੈਟਿਕ ਚੈਨਲਸ ਦੇ ਥਰੂ ਲਿੰਫ ਨੋਡਸ ਵਿੱਚ ਪਹੁੰਚ ਜਾਂਦਾ। ਅੱਛਾ ਜੀ, ਹੁਣ ਜੇ ਤੁਸੀਂ ਦੇਖੋ ਇਹ ਦੋ ਅਲੱਗਾ ਹਿੱਸੇ ਨੇ। ਇਹ ਵੇ ਲਿੰਫ ਨੋਡ। ਲਿੰਫ ਨੋਡ ਦੇ ਵਿੱਚ ਜਿਹੜਾ ਪੈਥੋਜਨ ਹੈ ਉਹ ਆਪ ਹੀ, ਮੈਂ ਪਹਿਲੇ ਕਿਹਾ ਸੀ ਕਿ ਫਲੋਟ ਕਰਦਾ ਹੈ, ਉਹ ਵੀ ਪਹੁੰਚ ਜਾਂਦਾ ਅਤੇ ਪੈਥੋਜਨ ਨੂੰ ਮੈਕਰੋਫੇਜਿਸ ਵੀ ਫੜ ਕੇ ਲਿਆਉਂਦੇ ਨੇ ਜਾਂ ਡੈਂਡਰਿਟਿਕ ਸੈੱਲ ਵੀ ਫੜ ਕੇ ਲਿਆਉਂਦੇ ਨੇ। ਅਤੇ ਲਿੰਫ ਨੋਡ ਦੇ ਅੰਦਰ ਬੈਠੇ ਨੇ ਟੀ ਹੈਲਪਰ ਸੈੱਲ, ਸਾਈਟੋਟੌਕਸਿਕ ਟੀ ਸੈੱਲ, ਬੀ ਸੈੱਲਸ, ਫੋਲੀਕੂਲਰ ਡੈਂਡਰਿਟਿਕ ਸੈੱਲਸ, ਹੋਰ ਵੀ ਸੈੱਲ। ਅਤੇ ਇਹ ਫਰਜ਼ ਕਰੋ ਜੀ ਇੱਕ ਬੀ ਸੈੱਲ ਬੈਠਾ ਆ। ਬੀ ਸੈੱਲ ਦੇ ਨਾਲ ਬੀ ਸੈੱਲ ਰਿਸੈਪਟਰ ਨੇ। ਤੁਸੀਂ ਜੇ ਇਮਿਊਨੋਲੋਜੀ ਪੜ੍ਹੀ ਹੈ ਤਾਂ ਤੁਹਾਨੂੰ ਪਤਾ ਹੋਏਗਾ ਬੀ ਸੈੱਲ ਐਂਟੀਬੋਡੀਜ਼ ਬਣਾਉਂਦੇ ਨੇ, IgD, IgM, IgG, IgE ਅਤੇ IgA। ਇਹਨਾਂ ਨੂੰ ਕਿੰਝ ਤੁਸੀਂ ਯਾਦ ਰੱਖਣਾ, MD-GA। ਕੋਈ ਕੁੜੀ ਹੈ ਜੀਆ, ਡਾਕਟਰ ਹੈ, MD-GA, IgM, IgD, IgG, IgE ਅਤੇ IgA। ਅੱਛਾ, ਜਿਹੜਾ ਇਹ ਬੀ ਸੈੱਲ ਦਾ ਰਿਸੈਪਟਰ ਹੈ ਨਾ, ਉਹ ਅਸਲ ਵਿੱਚ IgD ਹੁੰਦਾ। IgD ਦਾ ਜਿਹੜਾ ਐਂਟੀਬੋਡੀ ਹੈ, ਉਹਦੀ ਅਸੀਂ ਗੱਲ ਦੁਬਾਰਾ ਕਰਾਂਗੇ ਕਿਸੇ ਵੇਲੇ। ਐਂਟੀਬੋਡੀ ਦਾ ਉੱਤੇ ਵੇਰੀਏਬਲ ਰੀਜਨ ਹੁੰਦੇ ਨੇ ਜਿਹਦੇ ਨਾਲ ਉਹ ਬਾਈਂਡ ਕਰਦਾ। ਜਿਸ ਤਰ੍ਹਾਂ ਤੁਹਾਡੇ ਹੱਥ ਨੇ, ਇਮੈਜਿਨ ਕਰੋ ਕਿ ਤੁਹਾਡਾ ਜਿਹੜਾ ਆਰਮ ਹੈ ਉਹ ਐਂਟੀਬੋਡੀ ਹੈ, ਉਹਦਾ ਕੌਂਸਟੈਂਟ ਰੀਜਨ ਕਹਿਲਾਉਂਦਾ ਉਹ, ਅਤੇ ਜਿਹੜਾ ਤੁਹਾਡਾ ਹੱਥ ਹੈ ਉਹ ਵੇਰੀਏਬਲ ਰੀਜਨ ਹੈ। ਜਿਹੜਾ IgD ਦਾ ਵੇਰੀਏਬਲ ਰੀਜਨ ਹੈ ਨਾ, ਉੱਥੋਂ ਬੀ ਸੈੱਲ ਪੈਥੋਜਨ ਦੇ ਪੈਟਰਨ ਦੇ ਉੱਤੇ ਬਾਈਂਡ ਹੋ ਜਾਂਦਾ, ਐਂਟੀਜਨ ਉੱਤੇ ਬਾਈਂਡ ਹੋ ਜਾਂਦਾ। ਇਸ ਤਰ੍ਹਾਂ ਵੀ ਹੋ ਸਕਦਾ ਹੈ, ਔਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਉਹ ਜਿਹੜਾ ਡੈਂਡਰਿਟਿਕ ਸੈੱਲ ਦੌੜ ਕੇ ਆਇਆ ਸੀ, ਉਹਨੇ ਐਂਟੀਜਨ ਪ੍ਰੈਜ਼ੈਂਟ ਕੀਤੀ ਹੈ, ਅਤੇ ਉਸ ਐਂਟੀਜਨ ਦੇ ਇੱਥੇ ਜੇ ਸੈੱਲ ਹੈ ਅਤੇ ਉਹਨੇ ਐਂਟੀਜਨ ਪ੍ਰੈਜ਼ੈਂਟ ਕੀਤੀ ਅਤੇ ਬੀ ਸੈੱਲ ਉਹਦੇ ਨਾਲ ਮਿਲ ਗਿਆ। ਦੀ ਇੰਪੋਰਟੈਂਟ ਥਿੰਗ ਇਜ਼, ਜਿਹੜੀ ਸ਼ਾਇਦ ਯਾਦ ਰੱਖਣ ਵਾਲੀ, ਉਹ ਇਹ ਵੇ ਕਿ ਬੀ ਸੈੱਲ ਨੂੰ ਐਕਟੀਵੇਟ ਹੋਣ ਵਾਸਤੇ ਜ਼ਰੂਰੀ ਹੈ ਕਿ ਉਹ ਕਿਸੇ ਐਂਟੀਜਨ ਦੇ ਨਾਲ ਬਾਈਂਡ ਹੋਇਆ ਹੋਵੇ। ਲਿੰਫ ਨੋਡ ਵਿੱਚ ਕਈ ਲੱਖ ਬੀ ਸੈੱਲ ਬੈਠੇ ਨੇ, ਉਹ ਸਾਰੇ ਦੇ ਸਾਰੇ ਤਾਂ ਨਹੀਂ ਨਾ ਐਕਟਿਵ ਹੋ ਜਾਂਦੇ ਜਿਸ ਵੇਲੇ ਇਨਫੈਕਸ਼ਨ ਹੁੰਦੀ ਹੈ। ਉਹਨੇ 'ਚੋਂ ਕੁਛ ਐਕਟਿਵ ਹੁੰਦੇ ਨੇ। ਉਹ ਕਿਹੜੇ ਐਕਟਿਵ ਹੁੰਦੇ ਨੇ? ਜਿਹੜੇ ਐਂਟੀਜਨ ਨਾਲ ਬਾਈਂਡ ਹੋਏ ਨਾ, ਉਹ ਐਕਟੀਵੇਟ ਹੋ ਜਾਣਗੇ, ਅਤੇ ਜਿਹੜੇ ਬਾਈਂਡ ਨਹੀਂ ਹੋਏ ਉਹ ਐਕਟੀਵੇਟ ਨਹੀਂ ਹੁੰਦੇ। ਹੁਣ ਜੇ ਤੁਸੀਂ ਇਹ ਪੁੱਛੋ ਕਿ ਜੀ ਕੁਛ ਬਾਈਂਡ ਕਿਉਂ ਨਹੀਂ ਹੋਏ, ਅਤੇ ਉਹਦੀ ਵਜ੍ਹਾ ਹੈ ਕਿ ਜਿਹੜੀ ਐਂਟੀਬੋਡੀਜ਼ ਨੇ, ਹਰ ਐਂਟੀਬੋਡੀ ਦੇ ਉੱਤੇ ਜਿਹੜਾ ਬਾਈਂਡਿੰਗ ਰੀਜਨ ਹੈ, ਵੇਰੀਏਬਲ ਰੀਜਨ ਜਿਹਨੂੰ ਕਹਿੰਦੇ ਨੇ, ਈਡੀਓਟਾਈਪ ਜਿਹੜਾ ਰੀਜਨ ਕਹਿਲਾਉਂਦਾ, ਉਹ ਮੁਖਤਲਿਫ ਸ਼ਕਲਾਂ ਦਾ ਹੁੰਦਾ। ਅਤੇ ਹਰ ਬੀ ਸੈੱਲ ਹਰ ਤਰ੍ਹਾਂ ਦੀ ਐਂਟੀਜਨ ਨਾਲ ਨਹੀਂ ਬਾਈਂਡ ਹੋ ਸਕਦਾ। ਉਹ ਸਿਰਫ ਉਸ ਐਂਟੀਜਨ ਨਾਲ ਬਾਈਂਡ ਹੋਏਗਾ ਜਿਹਦੀ ਸ਼ਕਲ ਉਹਦੇ ਨਾਲ ਮੈਚ ਕਰਦੀ ਹੈ। ਚੁਨਾਚੇ ਜਿਹੜੇ ਪੈਥੋਜਨ ਆਇਆ ਉਹਦੇ ਉੱਤੇ ਜਿਹੋ ਜਿਹੀਆਂ ਐਂਟੀਜਨਸ ਹੈ ਨੇ, ਜਿਹੋ ਜਿਹੇ ਪੈਟਰਨ ਨੇ, ਉਹਦੇ ਮੁਤਾਬਿਕ ਜਿਹੜੇ ਬੀ ਸੈੱਲ ਉਹਦੇ ਨਾਲ ਬਾਈਂਡ ਹੋ ਸਕਦੇ ਨੇ ਉਹ ਹੋ ਜਾਣਗੇ, ਬਾਕੀ ਨਹੀਂ ਹੋਣਗੇ। ਅੱਛਾ, ਹੁਣ ਫਰਜ਼ ਕਰੋ ਟਿਸ਼ੂ ਦੇ ਵਿੱਚ ਕਿਤੇ, ਫੋਰ ਐਗਜ਼ਾਮਪਲ ਲੈਟਸ ਸੇ ਕਿ ਕਿਸੇ ਬੰਦੇ ਨੂੰ ਰੈਸਪੀਟੋਰੀ ਇਨਫੈਕਸ਼ਨ ਹੋਈ, ਉਹ SARS-CoV-2 ਹੈ, COVID-19 ਹੋਇਆ। SARS-CoV-2 ਵਾਇਰਸ ਆਇਆ, ਉਹਦਾ ਰੈਸਪੀਟੋਰੀ ਸਿਸਟਮ ਦੇ ਜਿਹੜੇ ਐਪੀਥੀਲੀਅਲ ਸੈੱਲ ਨੇ, ਉਹਨਾਂ ਸੈੱਲਸ ਦੇ ਵਿੱਚ ਵਾਇਰਸ ਐਂਟਰ ਹੋ ਗਿਆ। ਹੁਣ ਉੱਥੇ ਇਹ ਬੈਠਾ ਹੈ ਇਨਫੈਕਟਿਡ ਸੈੱਲ। ਇਨਫੈਕਟਿਡ ਸੈੱਲ ਜਿਹੜਾ ਨਾ, ਉਹ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਓਫੈਂਡਿੰਗ ਏਜੰਟ ਆਇਆ ਨਾ, ਉਹਦੇ ਟੁਕੜਿਆਂ ਨੂੰ, ਚਾਹੇ ਫੰਗਸ ਹੈ, ਬੈਕਟੀਰੀਆ, ਵਾਇਰਸ ਹੈ ਜਾਂ ਕੈਂਸਰ ਹੈ, ਉਹਦੇ ਟੁਕੜਿਆਂ ਨੂੰ MHC1 ਉੱਤੇ ਪ੍ਰੈਜ਼ੈਂਟ ਕਰਦਾ। ਅਤੇ ਹੁਣ ਇਹ ਲੈਟਸ ਸੇ ਲੰਗਸ ਦੇ ਅੰਦਰ ਸਾਈਟੋਟੌਕਸਿਕ ਟੀ ਸੈੱਲ ਬੈਠਾ ਹੈ, CD8 ਪੋਜ਼ੀਟਿਵ ਸੈੱਲ ਬੈਠਾ ਹੈ, ਜਿਹੜਾ ਇਹਦੇ ਨਾਲ MHC1 ਦੇ ਨਾਲ ਕਨੈਕਟ ਕਰਦਾ ਹੈ, ਅਤੇ CD8 ਹੈ, ਤਾਂ 1 ਮਲਟੀਪਲਾਈਡ ਵਿਦ 8 ਇਜ਼ 8। ਇੱਥੇ ਜਿਹੜਾ ਵੇ MHC2 ਹੈ, MHC2 CD4 ਨਾਲ ਚੱਲਦਾ, ਉਹ ਅਸੀਂ ਬਾਅਦ ਦੇਖਾਂਗੇ। ਐਨੀਵੇਜ਼, ਇੱਥੇ ਵੀ ਇਹ ਜ਼ਰੂਰੀ ਗੱਲ ਹੈ ਕਿ ਜਿਹੜਾ ਸਾਈਟੋਟੌਕਸਿਕ ਟੀ ਸੈੱਲ ਹੈ ਉਹ ਬਾਈਂਡ ਹੋਇਆ ਹੋਵੇ ਕਿਸੇ MHC ਨਾਲ, ਅਤੇ ਫਿਰ ਹੀ ਉਹ ਐਕਟੀਵੇਟ ਹੋਏਗਾ। ਜੇ ਇੱਥੇ ਹੋਰ ਵੀ ਸਾਈਟੋਟੌਕਸਿਕ ਟੀ ਸੈੱਲ ਬੈਠੇ ਨੇ ਜਿਹੜੇ ਬਾਈਂਡ ਨਹੀਂ ਕਰਦੇ ਪਏ, ਤਾਂ ਉਹ ਐਕਟੀਵੇਟ ਨਹੀਂ ਹੋਣਗੇ, ਉਹ ਬੈਠੇ ਰਹਿਣਗੇ ਆਰਾਮ ਨਾਲ। ਅੱਛਾ, ਹੁਣ ਇੱਥੋਂ ਅੱਗੇ ਚੱਲਣੇ। ਇਹ ਥੋੜ੍ਹੀ ਕੋਈ ਬਿਜ਼ੀ ਡਾਇਗਰਾਮ ਹੈ, ਲੇਕਿਨ ਆਸਾਨ ਹੈ ਅੰਡਰਸਟੈਂਡ ਕਰਨ ਵਿੱਚ। ਸੋ ਲੈਟਸ ਸੀ, ਮੈਂ ਥੋੜ੍ਹਾ ਕੋਈ ਨਾ ਵੱਡਾ ਕਰਨਾ, ਇੱਥੋਂ ਸ਼ੁਰੂ ਕਰਨੇ। ਫਰਜ਼ ਕਰੋ ਜੀ ਇਹ ਲਿੰਫ ਨੋਡ ਦਾ ਹਿੱਸਾ, ਇਹਦੇ ਵਿੱਚ ਡੈਂਡਰਿਟਿਕ ਸੈੱਲ ਦੌੜ ਕੇ ਆਇਆ, ਇਹਨੇ ਕੋਈ ਫੈਗੋਸਾਈਟੋਸਿਸ ਕੀਤਾ ਹੋਇਆ ਸੀ, ਇਹਨੇ ਉਸ ਪੈਥੋਜਨ ਨੂੰ ਤੋੜਿਆ ਫੋੜਿਆ, ਉਹਨੂੰ MHC1 ਉੱਤੇ ਪ੍ਰੈਜ਼ੈਂਟ ਕੀਤਾ। ਇਹ ਉਹਦਾ ਇੱਕ ਛੋਟਾ ਜਿਹਾ ਟੁਕੜਾ ਇਹਨੇ MHC1 ਕੀਤਾ, ਮੈਂ ਕਿਹਾ MHC2 ਉੱਤੇ ਪ੍ਰੈਜ਼ੈਂਟ ਕੀਤਾ। ਹੁਣ ਇਸ ਲਿੰਫ ਨੋਡ ਦੇ ਵਿੱਚ ਬਹੁਤ ਸਾਰੇ ਨਾਈਵ ਟੀ ਸੈੱਲ ਬੈਠੇ ਨੇ, ਟੀ ਹੈਲਪਰ 0 ਸੈੱਲ ਬੈਠੇ ਨੇ, CD4 ਪੋਜ਼ੀਟਿਵ ਸੈੱਲ ਬੈਠੇ ਨੇ।
ਹੁਣ ਜਿਹੜੇ CD4 ਪੋਜ਼ੀਟਿਵ ਸੈੱਲਸ ਨੇ ਨਾ ਉਹ MHC2 ਦੇ ਨਾਲ ਬਾਈਂਡ ਹੁੰਦੇ ਨੇ। ਸੋ 2 ਮਲਟੀਪਲਾਈਡ ਵਿਦ 4 ਇਜ਼ 8 ਅਤੇ ਜਿਹੜੇ CD8 ਸੈੱਲਸ ਨੇ ਉਹ MHC1 ਨਾਲ ਮਲਟੀਪਲਾਈ ਹੁੰਦੇ ਨੇ। CD8 ਮਲਟੀਪਲਾਈਡ ਬਾਈ 1 ਇਜ਼ 8। ਸੋ ਦੋਵਾਂ ਦਾ ਜਿਹੜਾ ਮਲਟੀਪਲਾਇਰ ਹੈ ਉਹ 8 ਹੁੰਦਾ। ਯਾਦ ਰੱਖਣ ਵਾਸਤੇ ਸੈੱਲਾਂ ਨੇ ਆਪਸ ਵਿੱਚ ਡਿਸਾਈਡ ਨਹੀਂ ਸੀ ਕੀਤਾ ਕਿ ਇੰਝ ਕਰਨਾ। ਸੋ ਟੀ ਸੈੱਲ ਨਾਈਵ ਟੀ ਸੈੱਲ ਬੈਠਾ ਹੈ, ਟੀ ਹੈਲਪਰ 0 ਸੈੱਲ ਬੈਠਾ ਹੈ, CD4 ਪੋਜ਼ੀਟਿਵ ਹੈ। ਇਹਦਾ ਟੀ ਸੈੱਲ ਰਿਸੈਪਟਰ ਜਿਹੜਾ ਉਹ ਜਿਹੜਾ ਇਹਦੇ ਨਾਲ ਬਾਈਂਡ ਹੋ ਗਿਆ ਅਤੇ ਇਹ ਆਪਸ ਵਿੱਚ ਜੁੜ ਗਏ। ਹੁਣ ਬਹੁਤ ਸਾਰੇ ਹੋਰ ਵੀ ਟੀ ਹੈਲਪਰ 0 ਬੈਠੇ ਹੋਣਗੇ, ਉਹ ਸਾਰੇ ਨਹੀਂ ਇੱਥੇ ਬਾਈਂਡ ਹੋਏ ਕਿਉਂਕਿ ਜਿਹੜਾ ਰਿਸੈਪਟਰ ਦੀ ਸ਼ਕਲ ਇਹਦੇ ਨਾਲ ਮਿਲੇਗੀ ਨਾ ਐਂਟੀਜਨ ਨਾਲ ਉਹੀ ਬਾਈਂਡ ਹੋਏਗਾ। ਅੱਛਾ, ਹੁਣ ਇਹ CD4 ਮੋਲੀਕਿਊਲ ਲੱਗਾ ਹੈ, ਇਹ ਟੀ ਸੈੱਲ ਰਿਸੈਪਟਰ ਟੀ ਸੈੱਲ ਦਾ ਰਿਸੈਪਟਰ ਮੋਲੀਕਿਊਲ ਹੈ ਜਿਹੜਾ MHC2 ਦੇ ਨਾਲ ਹੋਇਆ। ਤੁਸੀਂ ਦੇਖਿਆ ਹੋਗਾ ਕੁਛ ਲੋਕ ਜਿਸ ਵੇਲੇ ਹੈਂਡਸ਼ੇਕ ਕਰਦੇ ਨੇ ਤਾਂ ਇੱਕ ਹੱਥ ਨਾਲ ਹੱਥ ਮਿਲਾਉਂਦੇ ਨੇ, ਦੂਜੇ ਹੱਥ ਨਾਲ ਕੋਨੀ ਵੀ ਫੜ ਲੈਂਦੇ ਨੇ। ਇਹ ਐਗਜ਼ੈਕਟਲੀ ਟੀ ਹੈਲਪਰ 0 ਉਹ ਕਰਨ ਡਿਆ। ਇੱਕ ਹੱਥ ਨਾਲ ਉਹਨੇ ਹੱਥ ਮਿਲਾਇਆ ਟੀ ਸੈੱਲ ਰਿਸੈਪਟਰ ਨੇ ਅਤੇ ਦੂਜੇ CD4 ਨਾਲ ਉਹਨੇ ਕੋਨੀ ਵੀ ਫੜ ਲਈ MHC2 ਦੀ। ਅਤੇ ਇਹਨੂੰ ਕਹਿੰਦੇ ਨੇ ਕੋ ਸਟੀਮੂਲੇਸ਼ਨ। ਇਟ ਇਜ਼ ਨੈਸੈਸਰੀ ਕਿ ਸਾਰੀ ਚੀਜ਼ਾਂ ਆਪਸ ਵਿੱਚ ਮਿਲਣ ਫਿਰ ਹੀ ਐਕਟੀਵੇਸ਼ਨ ਹੁੰਦੀ ਹੈ, ਨਹੀਂ ਤਾਂ ਨਹੀਂ ਹੁੰਦੀ। ਇਹਦੀ ਵਜ੍ਹਾ ਕੀ ਹੈ? ਸੇਫਟੀ ਮੈਕੈਨਿਜ਼ਮ ਹੈ। ਇਹ ਨਾ ਹੋਵੇ ਕਿ ਟੀ ਹੈਲਪਰ 0 ਐਵੇਂ ਹੀ ਐਕਟੀਵੇਟ ਹੁੰਦੇ ਫਿਰਨ। ਸੋ ਇੱਕ ਇਹ ਹੋ ਗਿਆ। ਉਸ ਤੋਂ ਬਾਅਦ ਟੀ ਹੈਲਪਰ 0 ਦੇ ਉੱਤੇ ਪ੍ਰੋਗਰਾਮ ਡੈਥ 1 ਮੋਲੀਕਿਊਲ ਲੱਗਾ ਹੁੰਦਾ PD1। ਉਹ ਜਿਹੜਾ ਡੈਂਡ੍ਰਿਟਿਕ ਸੈੱਲ ਹੈ ਉਹਦੇ ਉੱਤੇ PD1 ਦਾ ਜਿਹੜਾ ਲਾਈਗੈਂਡ ਹੈ PDL ਉਹਦੇ ਨਾਲ ਜੁੜ ਜਾਂਦਾ। ਇਸੇ ਤਰ੍ਹਾਂ ਇੱਕ CD28 ਹੈ, B7 ਹੁੰਦਾ, ਉਹ ਦੋਵੇਂ ਆਪਸ ਵਿੱਚ ਜੁੜ ਜਾਂਦੇ ਨੇ। ਇਹ ਸਾਰੇ ਕੋ ਸਟੀਮੂਲੇਸ਼ਨ ਕਹਿਲਾਉਂਦੇ ਨੇ। ਇਹ ਜਿਹੜਾ ਦੋ ਸੈੱਲਾਂ ਦੇ ਵਿੱਚ ਤਾਲੁਕ ਬਣਨ ਡਿਆ ਨਾ, ਇਸ ਹਿੱਸੇ ਨੂੰ ਜਿੱਥੇ ਆਪਸ ਵਿੱਚ ਬਾਈਂਡ ਹੋਣ ਡੇ ਨੇ ਇਹਨੂੰ ਕਹਿੰਦੇ ਨੇ ਇਮਿਊਨ ਸਾਈਨੈਪਸ। ਸੋ ਇਹ ਏਰੀਆ ਸਾਈਨੈਪਸ ਹੈ। ਹੁਣ ਤੁਸੀਂ ਕਹਿੰਦੇ ਹੋਗੇ ਕਿ ਯਾਰ ਇੱਕ ਵਾਰੀ ਟੀ ਸੈੱਲ ਆਪਸ ਵਿੱਚ ਮਿਲ ਗਿਆ, ਫਿਰ CD4 ਮਿਲ ਗਿਆ, ਫਿਰ PD1 ਮਿਲ ਗਿਆ, ਫਿਰ CD28 ਮਿਲ ਗਿਆ, ਅਤੇ ਹੁਣ ਤਾਂ ਐਕਟੀਵੇਟ ਹੋ ਜਾਏ ਟੀ ਹੈਲਪਰ। ਹਾਲੇ ਵੀ ਨਹੀਂ ਐਕਟੀਵੇਟ ਹੁੰਦਾ। ਹੁਣ ਤੁਸੀਂ ਇਹਨੂੰ ਕਿਸੇ ਕੈਮੀਕਲ ਦੇ ਵਿੱਚ ਨਵਾਉਣਾ ਹੈ, ਇਹਨੂੰ ਸ਼ਾਵਰ ਕਰਾਉਣਾ ਹੈ। ਉਹ ਕੀ ਹੈ? ਇਹਦੇ ਉੱਤੇ ਜੇ ਤੁਸੀਂ ਇੰਟਰਲਿਊਕਿਨ 4 ਪਾਓ, ਔਰ ਉਹ ਇੱਥੋਂ ਉੱਤੇ ਨਹੀਂ ਆਉਂਦੀ, ਉਹ ਐਕਚੁਅਲੀ ਇੱਥੇ ਇਸ ਸਾਈਨੈਪਸ ਵਿੱਚ ਮੌਜੂਦ ਹੁੰਦੀ ਹੈ। ਜੇ ਇੰਟਰਲਿਊਕਿਨ 4 ਵੀ ਮੌਜੂਦ ਹੋਏ ਤਾਂ ਫਿਰ ਇਹ ਟੀ ਹੈਲਪਰ 0 ਟੀ ਹੈਲਪਰ 1 ਬਣ ਜਾਏਗਾ, ਸੌਰੀ ਟੀ ਹੈਲਪਰ 2 ਬਣ ਜਾਏਗਾ। ਠੀਕ ਹੈ, ਇਹ ਸਾਰੀ ਕੋ ਸਟੀਮੂਲੇਸ਼ਨ ਨੈਸੈਸਰੀ ਹੈ ਟੀ ਹੈਲਪਰ ਦੇ ਐਕਟੀਵੇਟ ਹੋਣੇ 'ਚ। ਇੰਟਰਲਿਊਕਿਨ 4 ਜਿਹੜਾ ਉਹਦੀ ਮੌਜੂਦਗੀ ਦੇ ਵਿੱਚ ਟੀ ਹੈਲਪਰ 0 ਜਿਹੜਾ ਟੀ ਹੈਲਪਰ 2 ਪਾਥਵੇ ਬਣ ਜਾਂਦਾ ਜਾਂ ਲੈ ਲੈਂਦਾ। ਹੁਣ ਜਿਸ ਲਈ ਉਹ ਟੀ ਹੈਲਪਰ 2 ਬਣ ਜਾਂਦਾ ਨਾ, ਇਹ ਟੀ ਹੈਲਪਰ 2 ਐਕਚੁਅਲੀ ਕੋਈ ਅਲੱਗਾ ਸੈੱਲ ਨਹੀਂ ਹੈ। ਇਹ ਸੈੱਲ ਕਿਤੇ ਹੋਰ ਜਾ ਕੇ ਨਹੀਂ, ਅਸਲ ਵਿੱਚ ਇਹੀ ਸੈੱਲ ਇੱਥੇ ਬੈਠਾ ਹੀ ਟੀ ਹੈਲਪਰ 2 ਬਣ ਜਾਂਦਾ। ਜਿਸ ਲਈ ਉਹਦੇ 'ਤੇ IL-4 ਤੁਸੀਂ ਰਿਲੀਜ਼ ਕਰਦੇ ਹੋ। ਹੁਣ ਜੇ ਇੱਥੇ ਹੋਰ ਟੀ ਹੈਲਪਰ 0 ਵੀ ਬੈਠੇ ਨੇ, ਉਹਨਾਂ 'ਤੇ ਜਿੰਨਾ ਮਰਜ਼ੀ IL-4 ਰਿਲੀਜ਼ ਕਰ ਲਓ, ਉਹ ਨਹੀਂ ਟੀ ਹੈਲਪਰ 2 ਬਣਦੇ ਜਦੋਂ ਤੱਕ ਇਹ ਪੂਰਾ ਸਿਸਟਮ ਨਹੀਂ ਆਪਸ ਵਿੱਚ ਕੰਬਾਈਨ ਹੋਇਆ ਹੁੰਦਾ। ਅੱਛਾ, ਹੁਣ ਇਹ ਜਿਹੜਾ ਮੈਂ ਇੱਥੇ ਬਣਾਇਆ ਨਾ B ਸੈੱਲ, ਉਹ ਅਸਲ ਵਿੱਚ B ਸੈੱਲ ਵੀ ਇਹਦੇ ਨਾਲ ਉਸੇ ਵੇਲੇ ਲੱਗਾ ਹੁੰਦਾ। ਇੱਕ ਪਾਸੇ ਇਹ ਮੈਕਰੋਫੇਜ ਜਾਂ ਡੈਂਡ੍ਰਿਟਿਕ ਸੈੱਲ ਨਾਲ ਕੰਮ ਕਰਨ ਡਿਆ ਹੁੰਦਾ, ਦੂਜੇ ਪਾਸੇ ਇਹਦੇ ਨਾਲ B ਸੈੱਲ ਲੱਗੇ ਹੁੰਦੇ। ਹੁਣ ਟੀ ਹੈਲਪਰ ਜਿਸ ਵੇਲੇ ਆਪੇ ਐਕਟੀਵੇਟ ਹੋ ਕੇ ਟੀ ਹੈਲਪਰ 2 ਬਣ ਗਿਆ ਅਤੇ ਇਹਨੇ ਹੁਣ ਇਸ B ਸੈੱਲ ਨੂੰ ਐਕਟੀਵੇਟ ਕਰਨਾ। ਲੇਕਿਨ ਉਹ ਡਾਇਗਰਾਮ ਦੇ ਵਿੱਚ ਅਸੀਂ ਕੀ ਕਰਨੇ ਆ, ਅਲੱਗਾ ਬਣਾ ਲੈਂਦੇ। ਸੋ ਇੱਥੇ ਬਣਿਆ ਇਹ ਟੀ ਹੈਲਪਰ 2 ਹੈ। ਇਹਨੇ ਇੱਕ ਪਾਸੇ ਹੁਣ B ਸੈੱਲ ਦੇ ਨਾਲ ਬਾਈਂਡ ਕੀਤਾ। B ਸੈੱਲ ਦਾ ਹੁਣ ਕੀ ਚੱਕਰ ਹੈ ਕਿ ਇਹ ਉਹ B ਸੈੱਲ ਹੈ ਜਿਹਨੇ ਕਿਸੇ ਪੈਥੋਜਨ ਨੂੰ ਫੈਗੋਸਾਈਟੋਸ ਕੀਤਾ, ਉਹਨੂੰ ਤੋੜਿਆ ਫੋੜਿਆ, ਜਿਸ ਤਰ੍ਹਾਂ ਡੈਂਡ੍ਰਿਟਿਕ ਸੈੱਲ ਅਤੇ ਮੈਕਰੋਫੇਜ ਕਰਦੇ ਨੇ, ਅਤੇ ਉਹਦੇ ਐਂਟੀਜਨ ਨੂੰ ਪ੍ਰਜੈਂਟ ਕੀਤਾ MHC2 ਤੇ। ਟੀ ਹੈਲਪਰ 2 ਇਹਦੇ ਨਾਲ ਟੀ ਰਿਸੈਪਟਰ ਦੇ ਨਾਲ ਬਾਈਂਡ ਹੋਇਆ ਅਤੇ ਇਹ ਸਮਝੋ ਇੱਥੇ ਟੀ ਰਿਸੈਪਟਰ, ਇੱਧਰੋਂ ਹੈ B ਸੈੱਲ ਦੀ ਐਂਟੀਜਨ ਅਤੇ ਇੱਥੇ ਹੈ B ਸੈੱਲ, ਇਸ ਤਰ੍ਹਾਂ ਵੇ। ਲੇਕਿਨ ਉਹਨੂੰ ਮੈਂ ਇੱਥੇ ਅਲੱਗਾ ਬਣਾਇਆ। ਜਿਸ ਵੇਲੇ ਇਹ ਹੋ ਗਿਆ ਅਤੇ ਨਾਲ CD40 ਲਾਈਗੈਂਡ ਅਤੇ CD40 ਆਪਸ ਵਿੱਚ ਉਹ ਵੀ ਬਾਈਂਡ ਹੁੰਦੇ ਨੇ, ਕੋ ਸਟੀਮੂਲੇਸ਼ਨ ਹੈ। ਫਿਰ ਟੀ ਹੈਲਪਰ 2 ਰਿਲੀਜ਼ ਕਰਦਾ ਇੰਟਰਲਿਊਕਿਨ 4 ਅਤੇ 5। ਉਹ ਜਿਹੜਾ ਇੰਟਰਲਿਊਕਿਨ 4 ਅਤੇ 5 ਹੈ ਨਾ, ਉਹ B ਸੈੱਲ ਨੂੰ ਐਕਟੀਵੇਟ ਕਰਦਾ, ਪ੍ਰੋਲੀਫਰੇਟ ਕਰਾਉਂਦਾ, ਡਿਫਰੈਂਸ਼ੀਏਟ ਕਰਦਾ ਵੇ ਅਤੇ ਉਹਦੀ ਕਲਾਸ ਸਵਿਚਿੰਗ ਕਰਾਉਂਦਾ। ਸੋ ਇਹ ਵੇ B ਸੈੱਲ ਦੀ ਐਕਟੀਵੇਸ਼ਨ ਲਿੰਫ ਨੋਡ ਦੇ ਵਿੱਚ। ਨਾ ਇਹ ਵੀ ਹੋ ਸਕਦਾ ਹੈ ਕਿ B ਸੈੱਲ ਨੂੰ ਜਿਹੜੀ ਪ੍ਰੈਜੈਂਟੇਸ਼ਨ ਕਰ ਰਿਹਾ ਹੈ ਉਹ ਕੋਈ ਦੂਸਰਾ ਮੈਕਰੋਫੇਜ ਜਾਂ ਡੈਂਡ੍ਰਿਟਿਕ ਸੈੱਲ ਕਰੇ, ਜਾਂ ਫੋਲੀਕੂਲਰ ਡੈਂਡ੍ਰਿਟਿਕ ਸੈੱਲ ਨੇ ਜਿਹੜੇ ਇਹ ਕਾਬਿਲ ਹੁੰਦੇ ਨੇ ਕਿ B ਸੈੱਲ ਨੂੰ ਐਂਟੀਜਨ ਪ੍ਰਜੈਂਟ ਕਰਦੇ ਨੇ। ਐਨੀਵੇਜ਼ ਉਹ ਇੱਕ ਅਲੱਗਾ ਡਿਸਕਸ਼ਨ ਹੈ, ਐਫਿਨਿਟੀ ਮੈਚੂਰੇਸ਼ਨ ਕਹਿਲਾਉਂਦੀ ਹੈ ਉਹਦੀ, ਫਿਰ ਗੱਲ ਕਰਾਂਗੇ। ਇਸ ਲਈ ਇੰਨਾ ਯਾਦ ਰੱਖੋ ਕਿ B ਸੈੱਲ ਐਕਟੀਵੇਟ ਹੋ ਗਿਆ। ਹੁਣ ਜਾਣੇ ਅਸੀਂ ਦੂਜੇ ਪਾਸੇ।
ਇਹ ਜਿਹੜਾ ਪਾਸਾ ਨਾ ਸਾਈਟੋਟੌਕਸਿਕ ਪਾਥਵੇ, ਉਹ ਜਿਹੜਾ ਦੂਸਰਾ ਹਿੱਸਾ ਸੀ ਬੀ ਸੈੱਲ ਜਿਸਲੇ ਐਕਟੀਵੇਟ ਹੋ ਜਾਂਦਾ ਹੈ ਉਹ ਪਲਾਜ਼ਮਾ ਸੈੱਲ ਬਣ ਜਾਂਦਾ, ਉਹ ਐਂਟੀਬੋਡੀਜ਼ ਬਣਾਉਂਦਾ ਹੈ, ਉਹਨੂੰ ਕਹਿੰਦੇ ਨੇ ਹਿਊਮਰਲ ਪਾਥਵੇ। ਹੁਣ ਅਸੀਂ ਇਸ ਪਾਸੇ ਆਉਂਦੇ ਹਾਂ, ਇਹ ਵੇ ਸਾਈਟੋਟੌਕਸਿਕ ਪਾਥਵੇ। ਫਰਜ਼ ਕਰੋ ਕਿ ਹੁਣ ਉਹ ਵਾਪਸ ਚਲੇ ਜਾਂਦੇ ਲੰਗਸ ਉੱਤੇ, ਕਿਸੇ ਦੇ ਬੰਦੀ ਦੇ ਲੰਗਸ ਦੇ ਵਿੱਚ SARS-CoV-2 ਆਇਆ, ਉਹਨੇ ਉਹਦੀ ਐਪੀਥੀਲੀਅਲ ਸੈੱਲ ਇਨਫੈਕਟ ਕੀਤਾ, ਉਹ ਸੈੱਲ ਜਿਹੜਾ ਵੇ ਉਹਨੇ ਪ੍ਰੈਜ਼ੈਂਟ ਕੀਤਾ ਜਿਹੜਾ ਵੇ ਕੀ ਕਹਿੰਦੇ ਨੇ ਐਂਟੀਜਨ ਨੂੰ, ਤਾਂ ਉਹ ਇੱਥੇ ਬੈਠਾ ਹੈ, ਇਹ ਇਨਫੈਕਟਡ ਸੈੱਲ ਹੈ, ਠੀਕ ਹੈ। ਹੁਣ ਉਹ ਇਨਫੈਕਟਡ ਸੈੱਲ ਜਿਹੜਾ ਨਾ ਉਹ ਬਾਈਂਡ ਹੋਇਆ ਹੁੰਦਾ ਵੇ ਸਾਈਟੋਟੌਕਸਿਕ ਟੀ ਸੈੱਲਸ ਦੇ ਨਾਲ। ਸਾਈਟੋਟੌਕਸਿਕ ਟੀ ਸੈੱਲ ਜਿਹੜੇ ਨੇ CD8 ਪੋਜ਼ੀਟਿਵ ਸੈੱਲ ਨੇ, ਉਹ MHC1 ਦੇ ਨਾਲ ਬਾਈਂਡ ਹੁੰਦੇ ਨੇ। ਸੋ ਇਮੈਜਿਨ ਕਰੋ ਕਿ ਉੱਥੇ ਲੰਗਸ ਦੇ ਵਿੱਚ ਬਹੁਤ ਸਾਰੇ ਸਾਈਟੋਟੌਕਸਿਕ ਟੀ ਸੈੱਲ ਬਹੁਤ ਸਾਰੇ ਇਨਫੈਕਟਡ ਸੈੱਲਸ ਦੇ ਨਾਲ ਜੁੜ ਕੇ ਬੈਠੇ ਨੇ, ਬਹੁਤ ਸਾਰੇ ਸਾਈਟੋਟੌਕਸਿਕ ਟੀ ਸੈੱਲ ਨਹੀਂ ਵੀ ਜੁੜੇ, ਉਹ ਇਕੱਲੇ ਬੈਠੇ ਨੇ। ਹੁਣ ਹੁੰਦਾ ਕੀ ਹੈ, ਇੱਧਰੋਂ ਮੈਕਰੋਫੇਜ ਨੇ ਜਾਂ ਡੈਂਡ੍ਰਿਟਿਕ ਸੈੱਲ ਨੇ ਪੈਥੋਜਨ ਨੂੰ ਫੈਗੋਸਾਈਟੋਸ ਕੀਤਾ, ਉਹੀ ਸਾਰਾ ਜਿਹੜਾ ਪਹਿਲੇ ਤੁਸੀਂ ਦੇਖਿਆ ਸੀ ਟੀ ਹੈਲਪਰ 0 ਸੈੱਲ ਦੇ ਨਾਲ ਉਹ ਬਾਈਂਡ ਹੋਇਆ, ਟੀ ਸੈੱਲ ਰਿਸੈਪਟਰ CD4, PD1, CD28, B7, ਫਿਰ ਮੈਕਰੋਫੇਜ ਜਾਂ ਡੈਂਡ੍ਰਿਟਿਕ ਸੈੱਲ ਜਿਹੜਾ ਉਹ ਰਿਲੀਜ਼ ਕਰਦਾ ਹੈ ਇੰਟਰਲਿਊਕਿਨ 12। ਅੱਛਾ, ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ ਕਿ ਇੱਥੇ ਜਿਹੜਾ ਇੰਟਰਲਿਊਕਿਨ 4 ਹੈ ਨਾ, ਇਹ ਸਾਨੂੰ ਅੱਜ ਤੱਕ ਨਹੀਂ ਕਲੀਅਰ ਕਿ ਕਿੱਥੋਂ ਆਉਂਦਾ। ਇਹ ਟੀ ਹੈਲਪਰ 0 ਤੋਂ ਵੀ ਆ ਸਕਦਾ ਹੈ, ਐਕਚੁਅਲੀ ਟੀ ਹੈਲਪਰ 2 ਤੋਂ, ਇਹ ਮੈਸਟ ਸੈੱਲ ਤੋਂ ਵੀ ਆ ਸਕਦਾ ਹੈ, ਈਓਸਿਨੋਫਿਲਸ ਤੋਂ ਵੀ ਆ ਸਕਦਾ ਹੈ। ਵੀ ਆਰ ਨਾਟ ਕਲੀਅਰ ਕਿ ਆਉਂਦਾ ਕਿੱਥੋਂ ਹੈ, ਲੇਕਿਨ ਇਸ ਪਾਸੇ ਜਿਹੜਾ ਇੰਟਰਲਿਊਕਿਨ 12 ਹੈ ਨਾ, ਉਹ ਸਾਨੂੰ ਪਤਾ ਹੈ ਕਿ ਮੈਕਰੋਫੇਜ ਜਾਂ ਡੈਂਡ੍ਰਿਟਿਕ ਸੈੱਲ ਤੋਂ ਆਉਂਦਾ। ਸੋ ਜਿਸਲੇ ਐਸ ਸਾਇਨੈਪਸ ਦੇ ਵਿੱਚ ਇੰਟਰਲਿਊਕਿਨ 12 ਆ ਜਾਏ ਤੇ ਫਿਰ ਇਹ ਟੀ ਹੈਲਪਰ ਜਿਹੜਾ 0 ਹੋਵੇ ਉਹ ਟੀ ਹੈਲਪਰ 1 ਬਣ ਜਾਂਦਾ। ਇਹ ਸਾਈਟੋਟੌਕਸਿਕ ਪਾਥਵੇ 'ਤੇ ਜਾ ਰਹੇ ਆ। ਟੀ ਹੈਲਪਰ 1 ਜਿਹੜਾ ਉਹ ਰਿਲੀਜ਼ ਕਰਦਾ ਇੰਟਰਲਿਊਕਿਨ 2। ਅੱਛਾ, ਟੀ ਹੈਲਪਰ 1 ਤੇ ਜਿਹੜਾ ਸਾਈਟੋਟੌਕਸਿਕ ਟੀ ਸੈੱਲ ਹੈ, ਇਹਨਾਂ ਦੇ ਵਿੱਚ ਸਾਇਨੈਪਸ ਦੀ ਜ਼ਰੂਰਤ ਨਹੀਂ ਹੈ। ਇਹ ਟੀ ਹੈਲਪਰ 1 ਰਿਲੀਜ਼ ਕਰਨਾ ਸ਼ੁਰੂ ਕਰ ਦੇਗਾ ਇੰਟਰਲਿਊਕਿਨ 2, ਤੇ ਕਰੀਬੀ ਜਿਹੜੇ ਵੀ ਸਾਈਟੋਟੌਕਸਿਕ ਟੀ ਸੈੱਲ ਬੈਠੇ ਨੇ ਬਾਈਂਡ ਹੋ ਕੇ ਇਨਫੈਕਟਡ ਸੈੱਲ ਦੇ ਨਾਲ, ਉਹਨਾਂ 'ਤੇ ਜਿਸਲੇ IL-2 ਜਾਂਦਾ ਹੈ ਨਾ, ਤੇ ਉਹ ਐਕਟੀਵੇਟ ਹੋ ਜਾਂਦੇ। ਹੁਣ ਜੇ ਇੱਥੇ ਇੱਕ ਹੋਰ ਸਾਈਟੋਟੌਕਸਿਕ ਟੀ ਸੈੱਲ ਬੈਠਾ ਹੈ ਲੇਕਿਨ ਇਹ ਕਿਸੇ ਨਾਲ ਬਾਈਂਡ ਨਹੀਂ ਹੋਇਆ, ਇਹਦੇ ਉੱਤੇ ਜਿੰਨਾ ਮਰਜ਼ੀ ਤੁਸੀਂ IL-12 ਪਾ ਲਓ, 2 ਪਾ ਲਓ, ਉਹਨੂੰ ਕੁਛ ਨਹੀਂ ਹੋਏਗਾ। ਅੱਛਾ, ਟੀ ਹੈਲਪਰ 1 ਸੈੱਲ ਇੰਟਰਫੇਰੋਨ ਗਾਮਾ ਵੀ ਰਿਲੀਜ਼ ਕਰਦਾ। ਇੰਟਰਫੇਰੋਨ ਗਾਮਾ ਜਿਹੜਾ ਵੇ ਨਾ, ਉਹ ਵਾਪਸ ਮੈਕਰੋਫੇਜ ਜਾਂ ਡੈਂਡ੍ਰਿਟਿਕ ਸੈੱਲ ਨੂੰ ਐਕਟੀਵੇਟ ਕਰਦਾ। ਇਹਨੂੰ ਕਹਿੰਦੇ ਨੇ ਇੰਟਰਲਿਊਕਿਨ 12 ਇੰਟਰਫੇਰੋਨ ਗਾਮਾ ਐਕਸਿਸ। ਇਹ ਬੜਾ ਹੀ ਪਾਵਰਫੁਲ ਐਕਸਿਸ ਹੈ ਕਿ ਇਨੇਟ ਆਰਮ ਐਕਵਾਇਰਡ ਆਰਮ ਨੂੰ ਐਕਟੀਵੇਟ ਕਰਦਾ ਹੈ, ਫਿਰ ਐਕਵਾਇਰਡ ਆਰਮ ਵਾਪਸ ਇਨੇਟ ਆਰਮ ਨੂੰ ਐਂਪਲੀਫਾਈ ਕਰਦਾ। ਇਹ ਯਾਦ ਰੱਖਣਾ, ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ। ਅੱਛਾ, ਹੁਣ ਸਾਈਟੋਟੌਕਸਿਕ ਟੀ ਸੈੱਲ ਜਿਸਲੇ ਐਕਟੀਵੇਟ ਹੋ ਗਿਆ, ਉਹ ਦੇਖੋ ਇੱਥੇ ਇਮਿਊਨ ਸਾਇਨੈਪਸ ਬਣਾ ਕੇ ਬੈਠਾ ਸੀ, ਉਹਦੇ ਉੱਤੇ ਤੁਸੀਂ IL-2 ਪਾਇਆ ਤੇ ਉਹ ਐਕਟੀਵੇਟ ਹੋ ਗਿਆ। ਜਿਸਲੇ ਉਹ ਐਕਟੀਵੇਟ ਹੋ ਗਿਆ ਨਾ, ਤੇ ਇਹ ਰਿਲੀਜ਼ ਕਰਦਾ ਹੈ ਗ੍ਰੈਨਜ਼ਾਈਮਸ ਤੇ ਪਰਫੋਰਿਨਸ। ਪਰਫੋਰਿਨਸ ਐਸੀ ਪ੍ਰੋਟੀਨਸ ਨੇ ਜਿਹੜੀਆਂ ਇਨਫੈਕਟਡ ਸੈੱਲ ਦੇ ਸੁਰਾਖ ਕਰਨਗੀਆਂ, ਤੇ ਗ੍ਰੈਨਜ਼ਾਈਮ ਐਸੇ ਪ੍ਰੋਟੀਨ ਨੇ ਜਿਹੜੀਆਂ ਉਹਦੇ ਜਾ ਕੇ ਇਨਫੈਕਟਡ ਸੈੱਲ ਵਿੱਚ ਜਾ ਕੇ ਤੇ ਉਹਦਾ ਏਪੋਪਟੋਸਿਸ ਤੇ ਯੂਬੀਕੁਇਟੀਨੇਸ਼ਨ ਸ਼ੁਰੂ ਕਰਦੀਆਂ, ਉਹਦੀ ਡਿਸਟਰਕਸ਼ਨ ਸ਼ੁਰੂ ਕਰਦੀਆਂ, ਉਹਨੂੰ ਕਹਿੰਦੇ ਤੂੰ ਮਰ ਜਾ, ਤੇ ਉਹ ਸੈੱਲ ਮਰ ਜਾਂਦਾ। ਹੁਣ ਇਹੀ ਡਾਇਗਰਾਮ ਮੈਂ ਇਸ ਤਰ੍ਹਾਂ ਵੀ ਤੁਹਾਨੂੰ ਪੇਸ਼ ਕਰਨਾ ਚਾਹੁੰਦਾ। ਇਹ ਜ਼ਿਆਦਾਤਰ ਜਿਹੜੀ ਡਾਇਗਰਾਮਸ ਨੇ ਉਹਦੇ ਤੁਸੀਂ ਇਸ ਤਰ੍ਹਾਂ ਦੀ ਡਾਇਗਰਾਮ ਦੇਖਦੇ ਹੋ, ਜਿਹੜੀ ਮੈਂ ਉੱਤੇ ਬਣਾਈ ਉਹ ਘੱਟ ਦੇਖਦੇ ਹੋ। ਹੁਣ ਇਹਨੂੰ ਦੇਖੋ, ਐਵੇਂ ਡੈਂਡ੍ਰਿਟਿਕ ਸੈੱਲ ਜਾਂ ਮੈਕਰੋਫੇਜ, ਉਹ ਫੈਗੋਸਾਈਟੋਸ ਕੀਤਾ ਉਹਨੇ ਪੈਥੋਜਨ ਨੂੰ, ਉਹ ਪੈਥੋਜਨ ਨੂੰ MHC2 ਦੇ ਉੱਤੇ ਉਹਨੇ ਐਕਸਪ੍ਰੈਸ ਕੀਤਾ। ਟੀ ਹੈਲਪਰ 0 ਸੈੱਲ ਉਹਦੇ ਨਾਲ ਬਾਈਂਡ ਹੋਇਆ, ਟੀ ਸੈੱਲ ਰਿਸੈਪਟਰ ਦੇ ਨਾਲ, CD4 ਦੇ ਨਾਲ, ਬਾਕੀ ਸਾਰੇ ਲਾਈਗੈਂਡਸ ਦੇਖੇ ਸਨ ਤੁਸੀਂ ਉੱਤੇ, ਇੱਥੇ PD1, CD28, ਰਾਈਟ, ਉਹ ਸਾਰੇ ਐਕਟੀਵੇਟ ਹੋ ਗਏ। ਫਿਰ ਇੰਟਰਲਿਊਕਿਨ 4 ਦੀ ਮੌਜੂਦਗੀ ਦੇ ਵਿੱਚ CD4 ਨਾਈਵ ਟੀ ਸੈੱਲ ਜਿਹੜਾ ਉਹ ਟੀ ਹੈਲਪਰ 2 ਬਣ ਜਾਂਦਾ। ਟੀ ਹੈਲਪਰ 2 ਫਿਰ ਰਿਲੀਜ਼ ਕਰਦਾ ਇੰਟਰਲਿਊਕਿਨ 13, ਇੰਟਰਲਿਊਕਿਨ 10, ਇੰਟਰਲਿਊਕਿਨ 4, ਇੰਟਰਲਿਊਕਿਨ 5, ਤੇ ਜਿਹੜਾ ਇੰਟਰਲਿਊਕਿਨ 4 ਔਰ 5 ਹੈ ਉਹ B ਸੈੱਲ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਸੀ, ਇੱਥੇ ਮੈਂ ਅਲੱਗ ਬਣਾਇਆ, ਉਹ B ਸੈੱਲ ਨੂੰ ਐਕਟੀਵੇਟ ਕਰਦਾ ਹੈ। ਉਹ B ਸੈੱਲ ਨੂੰ ਡਿਫਰੈਂਸ਼ੀਏਟ ਕਰਾਉਂਦਾ ਹੈ ਤੇ ਪ੍ਰੋਲੀਫਰੇਟ ਕਰਾਉਂਦਾ। ਪ੍ਰੋਲੀਫਰੇਟ ਕਰਨ ਦਾ ਮਤਲਬ ਹੁੰਦਾ ਹੋਰ ਬੇਬੀ B ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ। ਇਸ ਲਈ ਜਿਸ ਵੇਲੇ ਇਨਫੈਕਸ਼ਨਸ ਹੁੰਦੀਆਂ ਤੇ ਲਿੰਫ ਨੋਡ ਸੁੱਜ ਜਾਂਦੇ ਨੇ, ਜਾਂ ਕੈਂਸਰ ਹੁੰਦਾ ਤੇ ਲਿੰਫ ਨੋਡ ਜਿਹੜੇ ਸੁੱਜਣੇ ਸ਼ੁਰੂ ਹੋ ਜਾਂਦੇ ਨੇ। ਉਹਦੀ ਵਜ੍ਹਾ ਕੀ ਹੈ ਕਿ B ਸੈੱਲ ਦੀ ਨੰਬਰ ਵਧਣਾ ਸ਼ੁਰੂ ਹੋ ਜਾਂਦਾ, ਟੀ ਸੈੱਲ ਦਾ ਨੰਬਰ ਵੀ ਵਧਣਾ ਸ਼ੁਰੂ ਹੋ ਜਾਂਦਾ, ਪ੍ਰੋਲੀਫਰੇਸ਼ਨ ਕਹਿੰਦੇ ਨੇ ਇਹਨੂੰ। ਦੂਸਰਾ ਹੈ ਕਿ B ਸੈੱਲ ਕੰਮ ਕਰਨਾ ਸ਼ੁਰੂ ਕਰ ਦਿੰਦਾ, ਉਹਨੂੰ ਡਿਫਰੈਂਸ਼ੀਏਸ਼ਨ ਕਹਿੰਦੇ ਨੇ। ਇੰਟਰਲਿਊਕਿਨ 4 ਜਿਸ ਵੇਲੇ B ਸੈੱਲ ਉੱਤੇ ਪਾਇਆ ਜਾਂਦਾ ਨਾ, ਤੇ B ਸੈੱਲ
ਕਲਾਸ ਸਵਿਚਿੰਗ ਵੀ ਕਰਦਾ ਤੇ IgE ਬਣਾਉਣ ਲੱਗ ਪੈਂਦਾ। ਇੰਟਰਲਿਊਕਿਨ 5 ਜਿਹੜਾ ਵੇ ਨਾ ਉਹ ਕਲਾਸ ਸਵਿਚਿੰਗ ਕਰਾਉਂਦਾ IgA। ਮੈਨੂੰ ਪਤਾ ਕਿ ਅਸੀਂ ਕਲਾਸ ਸਵਿਚਿੰਗ ਦੀ ਗੱਲ ਨਹੀਂ ਕੀਤੀ, ਉਹ ਕਿਸੇ ਹੋਰ ਵੇਲੇ ਕਰਾਂਗੇ, ਪਰ ਇਸ ਲਈ ਸਿਰਫ ਇੰਨਾ ਯਾਦ ਰੱਖੋ ਕਿ ਇਮਿਊਨੋਗਲੋਬੁਲਿਨ ਦੀ ਜਿਹੜੀਆਂ ਟਾਈਪਸ ਨੇ D ਤੇ M ਤੇ G ਤੇ E ਤੇ A, ਜਿਸਲੇ ਕੋਈ ਡਾਟਰ ਸੈੱਲ ਇੱਕ ਤਰ੍ਹਾਂ ਦੀ ਐਂਟੀਬਾਡੀ ਤੋਂ ਬਜਾਏ ਦੂਸਰੀ ਬਣਾਉਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਕਲਾਸ ਸਵਿਚਿੰਗ। ਸੋ ਹੇਅਰ B ਸੈੱਲ ਬਿਕਮਸ ਐਕਟਿਵ। ਜਿਸਲੇ ਐਕਟਿਵ ਹੋ ਜਾਂਦਾ ਨਾ ਤਾਂ ਉਸ B ਸੈੱਲ ਨੂੰ ਕਹਿੰਦੇ ਨੇ ਪਲਾਜ਼ਮਾ ਸੈੱਲ। ਪਲਾਜ਼ਮਾ ਸੈੱਲ ਕਿਉਂ ਕਹਿੰਦੇ ਨੇ ਐਕਟਿਵ B ਸੈੱਲ ਨੂੰ ਪਲਾਜ਼ਮਾ ਸੈੱਲ ਕਹਿੰਦੇ ਨੇ? ਉਹਦੀ ਵਜ੍ਹਾ ਹੈ ਕਿ ਜਿਹੜਾ ਉਹਦਾ ਨਿਊਕਲੀਅਸ ਹੈ ਨਾ, ਇੱਕ ਤਾਂ ਉਹ ਮਾਈਕਰੋਸਕੋਪ ਦੇ ਥੱਲੇ ਦੇਖੋ ਤਾਂ ਨਿਊਕਲੀਅਸ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਸੇਲਰਸ ਵੀਲ ਹੈ। ਉਹਦੀ ਵਜ੍ਹਾ ਕੀ ਹੈ ਕਿ ਨਿਊਕਲੀਅਸ ਇਹ B ਸੈੱਲ ਐਕਟਿਵ ਇਹ ਬਣਾ ਰਿਹਾ ਐਂਟੀਬਾਡੀਜ਼ ਪ੍ਰੋਟੀਨਸ ਨੇ। ਪ੍ਰੋਟੀਨਸ ਬਣਾਉਣ ਵਾਸਤੇ ਜਿਹੜਾ ਨਿਊਕਲੀਅਸ ਦੇ ਅੰਦਰ ਜੀਨਸ ਨੇ ਜਿਹੜੇ ਉਹ ਪ੍ਰੋਟੀਨ ਬਣਵਾਉਂਦੇ ਨੇ ਉਹ ਖੁੱਲ੍ਹੇ ਨੇ। ਚੁਣਾਚੇ ਉਹਨਾਂ ਨੂੰ ਮਾਈਕਰੋਸਕੋਪ ਦੇ ਅੰਦਰ ਦੇਖੋ ਤੇ ਜਿਹੜੇ ਖੁੱਲ੍ਹੇ ਜੀਨਸ ਨੇ ਉਹ ਲਾਈਟ ਕਲਰ ਦੇ ਨਜ਼ਰ ਆਉਂਦੇ ਨੇ ਤੇ ਜਿਹੜੇ ਕੰਡੈਂਸਡ ਤੇ ਬੰਦ ਜੀਨ ਨੇ ਉਹ ਡਾਰਕ ਨਜ਼ਰ ਆਉਂਦੇ ਨੇ। ਇਸ ਵਜ੍ਹਾ ਤੋਂ ਇਹਦਾ ਨਿਊਕਲੀਅਰ ਪੈਟਰਨ ਇਹੋ ਜਿਹਾ ਬਣ ਜਾਂਦਾ ਡਾਰਕ ਤੇ ਲਾਈਟ। ਦੂਜੀ ਗੱਲ ਹੈ ਕਿ ਇਹ B ਸੈੱਲ ਹੁਣ ਜ਼ਰਾ ਕੋ ਅੰਡੇ ਵਕਰਾਂ ਦਾ ਫੈਲ ਜਾਂਦਾ। ਉਹਦੀ ਵਜ੍ਹਾ ਕੀ ਹੈ? ਮੈਂ ਇਹਨੂੰ ਕਹਿੰਦਾ ਨਾ ਪ੍ਰੈਗਨੈਂਟ B ਸੈੱਲ ਹੈ, ਕਿਉਂਕਿ ਇਹਦੇ ਅੰਦਰ ਐਂਟੀਬਾਡੀਜ਼ ਬਣ ਰਹੀਆਂ, ਉਹ ਐਂਟੀਬਾਡੀ ਇਹਨੇ ਰਿਲੀਜ਼ ਕਰਨੀ ਹੈ। ਇਸ ਲਈ ਇਹਨੂੰ ਪਲਾਜ਼ਮਾ ਸੈੱਲ ਵੀ ਕਹਿੰਦੇ। ਬਹੁਤ ਸਾਰਾ ਪਲਾਜ਼ਮਾ ਇਕੱਠਾ ਹੋ ਜਾਂਦਾ ਇਹਦੇ 'ਚ, ਸੋ ਇਹ ਐਂਟੀਬਾਡੀਜ਼ ਰਿਲੀਜ਼ ਕਰੇਗਾ। ਇਹ ਸਾਰਾ ਹਿਊਮਰਲ ਪਾਥਵੇ ਵੇ, ਇਹ ਸਾਰਾ ਲਿੰਫ ਨੋਡ ਦੇ ਵਿੱਚ ਹੋ ਰਿਹਾ। ਆਲਦੋ ਕਿ B ਸੈੱਲ ਲਿੰਫ ਨੋਡ ਤੋਂ ਬਾਹਰ ਵੀ ਹੋ ਸਕਦੇ ਨੇ, ਬਾਹਰ ਵੀ ਇਹ ਸਾਰਾ ਹੋ ਸਕਦਾ ਹੈ, ਲੇਕਿਨ ਪ੍ਰਾਇਮਰੀਲੀ ਲਿੰਫ ਨੋਡ ਵਿੱਚ ਹੁੰਦਾ। ਔਨ ਦੀ ਅਦਰ ਹੈਂਡ, ਮੈਂ ਹਾਲੇ IL-13 ਤੇ 10 ਦੀ ਗੱਲ ਨਹੀਂ ਕੀਤੀ, ਉਹਨੇ ਬਾਅਦ 'ਚ ਕਰਨੇ। ਔਨ ਦੀ ਅਦਰ ਹੈਂਡ, ਜਿਸ ਵੇਲੇ ਇਹ ਸਾਰੀ ਇੰਟਰੈਕਸ਼ਨ ਹੁੰਦਾ ਹੈ ਤੇ ਜੇ ਮੈਕਰੋਫੇਜ ਜਾਂ ਡੈਂਡ੍ਰਿਟਿਕ ਸੈੱਲ ਇੰਟਰਲਿਊਕਿਨ 12 ਰਿਲੀਜ਼ ਕਰੇ ਇਸ ਸਾਈਨੈਪਸ ਵਿੱਚ, ਤੇ ਫਿਰ T ਹੈਲਪਰ 0 ਜਿਹੜਾ ਵੇ ਉਹ T ਹੈਲਪਰ 1 ਬਣ ਜਾਂਦਾ। T ਹੈਲਪਰ 1 ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਸੀ ਇੰਟਰਲਿਊਕਿਨ 2 ਰਿਲੀਜ਼ ਕਰਦਾ। ਉਹਦੇ ਨਾਲ ਜਿਹੜਾ ਇਹ ਸਾਈਟੋਟੌਕਸਿਕ T ਸੈੱਲ ਕਿਸੇ ਇਨਫੈਕਟਡ ਸੈੱਲ ਨਾਲ ਬਾਈਂਡ ਹੋਇਆ, ਸਾਈਟੋਟੌਕਸਿਕ T ਸੈੱਲ ਐਕਟੀਵੇਟ ਹੋ ਜਾਏਗਾ। ਉਹ ਐਕਟੀਵੇਟਡ T ਸੈੱਲ ਜਿਹੜਾ ਉਹ ਰਿਲੀਜ਼ ਕਰੇਗਾ ਪਰਫਰੀਨਸ ਤੇ ਗ੍ਰੈਂਡਜ਼ਾਈਮਸ। ਪਰਫਰੀਨ ਜਿਹੜਾ ਵੇ ਇਨਫੈਕਟਡ ਸੈੱਲ ਹੀ ਸੁਰਾਖ ਕਰ ਦੇਣਗੇ, ਗ੍ਰੈਂਡਜ਼ਾਈਮ ਅੰਦਰ ਜਾ ਕੇ ਅਪੋਪਟੋਸਿਸ ਸ਼ੁਰੂ ਕਰਾ ਦੇਣਗੇ ਤੇ ਸੈੱਲ ਖਤਮ। T ਹੈਲਪਰ 1 ਸੈੱਲ ਜਿਹੜਾ ਇੰਟਰਫੇਰੋਨ ਗਾਮਾ ਵੀ ਰਿਲੀਜ਼ ਕਰਦਾ ਹੈ, ਜਿਹੜੀ ਮੈਂ ਉਹਨੇ ਗੱਲ ਕੀਤੀ ਸੀ ਇੰਟਰਲਿਊਕਿਨ 12 ਇੰਟਰਫੇਰੋਨ ਗਾਮਾ ਐਕਸਿਸ, ਤੇ T ਹੈਲਪਰ ਵਾਪਸ ਇਨੇ ਟਾਈਮ ਨੂੰ ਐਕਟੀਵੇਟ ਕਰਦਾ। ਹੁਣ ਥੋੜ੍ਹੀਆਂ ਕੁ ਹੋਰ ਚੀਜ਼ਾਂ ਮੈਕਰੋਫੇਜ ਰਿਲੀਜ਼ ਕਰਦਾ ਹੈ ਜਾਂ ਡੈਂਡ੍ਰਿਟਿਕ ਸੈੱਲ ਇੰਟਰਲਿਊਕਿਨ 1, 6, 12, 23, ਟਿਊਮਰ ਨੈਕਰੋਸਿਸ ਫੈਕਟਰ ਐਲਫਾ, ਇੰਟਰਫੇਰੋਨ ਬੀਟਾ, GM-CSF ਤੇ ਹੋਰ ਬਹੁਤ ਸਾਰੇ ਮੋਲੀਕਿਊਲਸ। ਇੰਟਰਲਿਊਕਿਨ 1 ਜਿਹੜਾ ਉਹ ਜਾਂਦਾ ਹਾਈਪੋਥੈਲੇਮਸ ਤੇ ਜਾ ਕੇ ਤੇ ਟੈਂਪਰੇਚਰ ਸੈੱਟ ਪੁਆਇੰਟ ਚੇਂਜ ਕਰ ਦਿੰਦਾ, ਜਿਹਦੀ ਵਜ੍ਹਾ ਤੋਂ ਸਾਨੂੰ ਬੁਖਾਰ ਹੋ ਜਾਂਦਾ। ਇੰਟਰਲਿਊਕਿਨ 1 ਪ੍ਰੋ ਇਨਫਲੈਮੇਟੋਰੀ ਵੀ ਹੁੰਦਾ। ਇੰਟਰਲਿਊਕਿਨ 6 ਜਿਹੜਾ ਵੇ ਇਹ ਹਾਈਪੋਥੈਲੇਮਸ ਤੇ ਜਾਂਦਾ ਤੇ ਟੈਂਪਰੇਚਰ ਚੇਂਜ ਕਰਦਾ, ਬੁਖਾਰ ਕਰਾਉਂਦਾ। ਪਲੱਸ ਇੰਟਰਲਿਊਕਿਨ 6 ਜਾਂਦਾ ਲਿਵਰ ਤੇ ਹੈਪੈਟੋਸਾਈਟਸ ਉੱਤੇ ਕੰਮ ਕਰਦਾ, ਲਿਵਰ ਦੇ ਸੈਲਸ 'ਤੇ। ਉਹਨਾਂ 'ਤੇ ਜਿਸਲੇ ਟ੍ਰਿਗਰ ਕਰਦਾ ਨਾ ਉਹਨਾਂ ਨੂੰ, ਤੇ ਉਹਨਾਂ ਤੋਂ ਅਕਿਊਟ ਫੇਜ਼ ਪ੍ਰੋਟੀਨਸ ਜਾਂ ਅਕਿਊਟ ਫੇਜ਼ ਰਿਐਕਟੈਂਟਸ ਬਣਵਾਉਂਦਾ। ਉਹ ਕੀ ਨੇ? ਜਿਸਲੇ ਇਨਫਲੇਮੇਸ਼ਨ ਹੋ ਰਹੀ ਹੁੰਦੀ ਹੈ ਤੇ ਲਿਵਰ ਪ੍ਰੋਟੀਨਸ ਬਣਾਉਂਦਾ, C ਰਿਐਕਟਿਵ ਪ੍ਰੋਟੀਨ ਬਣਾਉਂਦਾ, ਕੰਪਲੀਮੈਂਟ ਸਿਸਟਮ ਬਣਾਉਂਦਾ ਵੇ, ਹੈਪਸਿਡਿਨ ਬਣਾਉਂਦਾ, ਫੈਰਟਿਨ ਬਣਾਉਂਦਾ, ਇਹੋ ਜਿਹੀਆਂ ਪ੍ਰੋਟੀਨਸ ਬਣਾਉਂਦਾ। ਇਹਨਾਂ ਸਾਰੀਆਂ ਨੂੰ ਇੰਨੇ ਟਾਈਮ ਦੀ ਅਕਿਊਟ ਫੇਜ਼ ਪ੍ਰੋਟੀਨਸ ਕਹਿੰਦੇ ਨੇ। ਉਹ IL-6 ਦੀ ਮੌਜੂਦਗੀ 'ਚ ਬਣਾਈ ਜਾਂਦੀ ਹੈ। IL-6 ਬੋਨ ਮੈਰੋ 'ਚ ਵੀ ਜਾਂਦਾ ਹੈ, ਤਾਂ ਉਹਨੂੰ ਜਾ ਕੇ ਕਹਿੰਦਾ ਕਿ ਹੋਰ ਇਮਿਊਨ ਸੈੱਲ ਬਣਾਏ। IL-12 ਦਾ ਕੰਮ ਤੁਸੀਂ ਦੇਖ ਲਿਆ ਸੀ ਕਿ IL-12 T ਹੈਲਪਰ 0 ਨੂੰ T ਹੈਲਪਰ 1 ਬਣਾਉਂਦਾ। IL-23 ਜਿਹੜਾ ਮੈਂ ਇੱਥੇ ਉਹ ਪਾਥਵੇ ਨਹੀਂ ਬਣਾਇਆ, ਉਹ T ਹੈਲਪਰ 0 ਨੂੰ T ਹੈਲਪਰ 17 ਨਾਲ ਲੈ ਕੇ ਜਾਂਦਾ ਹੈ, ਅਤੇ ਇਸੇ ਤਰ੍ਹਾਂ ਬਾਕੀ ਨੇ। ਹੁਣ ਆਖਰੀ ਚੀਜ਼, ਜਿਹੜਾ T ਹੈਲਪਰ 1 ਇੰਟਰਫੇਰੋਨ ਗਾਮਾ ਰਿਲੀਜ਼ ਕਰਦਾ ਨਾ, ਇੱਕ ਪਾਸੇ ਤੋਂ ਉਹਨੇ ਇੰਨੇ ਟਾਈਮ ਨੂੰ ਐਕਟੀਵੇਟ ਕੀਤਾ, ਦੂਜੇ ਪਾਸੇ ਇੰਟਰਫੇਰੋਨ ਗਾਮਾ ਜਿਹੜਾ ਨਾ T ਹੈਲਪਰ 2 ਨੂੰ ਸਪਰੈਸ ਕਰਦਾ। ਯਾਨੀ ਜਿਹੜਾ ਪਾਥਵੇ ਚੱਲ ਜਾਂਦਾ ਨਾ, ਉਹ ਦੂਜੇ ਪਾਥਵੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਕਿ ਤੂੰ ਨਾ ਚੱਲ। ਇਸ ਤਰ੍ਹਾਂ ਇੱਕ ਪਾਥਵੇ ਡੋਮੀਨੇਟ ਹੋ ਜਾਂਦਾ। ਜੇ T ਹੈਲਪਰ 2 ਪਾਥਵੇ ਚੱਲ ਪਵੇ ਤੇ ਜਿਹੜਾ ਇੰਟਰਲਿਊਕਿਨ 4 ਆਉਂਦਾ T ਹੈਲਪਰ 2 ਤੋਂ, ਉਹ ਸਪਰੈਸ ਕਰਦਾ T ਹੈਲਪਰ 1 ਨੂੰ। ਅਗੇਨ ਜਿਹੜਾ ਪਾਥਵੇ ਐਕਟੀਵੇਟ ਹੋ ਜਾਂਦਾ, ਦੂਜੇ ਨੂੰ ਸਪਰੈਸ ਕਰਦਾ। ਅੱਛਾ, ਹੁਣ ਇਹ ਦੇਖੋ ਕਿ T ਹੈਲਪਰ 1 ਪਾਥਵੇ ਜਿਹੜਾ ਸਾਈਟੋਟੌਕਸਿਕ ਪਾਥਵੇ ਵੇ, ਉਹ ਤੇ ਇੰਨੇ ਟਾਈਮ ਨੂੰ ਐਕਟੀਵੇਟ ਕਰਦਾ। ਕਿਉਂ ਐਕਟੀਵੇਟ ਕਰਦਾ? ਕਿਉਂਕਿ ਸਾਈਟੋਟੌਕਸਿਕ ਕੰਮ ਚਾਹੀਦੇ ਨੇ ਸਾਨੂੰ। ਇੱਥੇ ਵੀ ਸਾਈਟੋਟੌਕਸਿਕ T ਸੈੱਲ ਹੈ ਜਿਹੜਾ ਸੈੱਲਾਂ ਨੂੰ ਮਾਰਨ ਡਿਆ, ਅਤੇ ਜ਼ਾਹਿਰ ਹੈ ਸਾਨੂੰ ਮੈਕਰੋਫੇਜ ਅਤੇ ਡੈਂਡ੍ਰਿਟਿਕ ਸੈੱਲ ਵੀ ਐਕਟਿਵ ਚਾਹੀਦੇ ਨੇ ਕਿਉਂਕਿ ਉਹ ਵੀ ਸੈੱਲਾਂ ਨੂੰ ਮਾਰਨਗੇ। ਔਨ ਦੀ ਅਦਰ ਹੈਂਡ ਜਿਹੜਾ ਹਿਊਮਰਲ ਪਾਥਵੇ ਵੇ, ਉਹ ਸਾਈਟੋਟੌਕਸਿਕ ਨਹੀਂ ਹੁੰਦਾ।
चुनाचे ह्यूमरल पाथवे दे जिसले TH2 एक्टिवेट होंदा ना तो उस इनेट आर्म ਨੂੰ सप्रेस करदा है या डाउन रेगुलेट करदा है। इंटरल्यूकिन 10 ਦਾ ਕੰਮ ਹੈ T ਹੈਲਪਰ 2 ਤੋਂ ਆਉਂਦਾ ਹੈ ਤੇ ਮੈਕਰੋਫੇਜ ਤੇ ਡੈਂਡ੍ਰਿਟਿਕ ਸੈੱਲ ਦੀ ਐਕਟੀਵਿਟੀ ਘਟਾਉਂਦਾ ਹੈ। ਇੰਟਰਫੇਰੋਨ ਗਾਮਾ ਉਹਨਾਂ ਨੂੰ ਐਕਟੀਵੇਟ ਕਰਦਾ ਹੈ, ਉਹਨਾਂ ਦੀ ਫੈਗੋਸਾਈਟੋਸਿਸ ਦਾ ਰੇਟ ਵਧਾਉਂਦਾ ਹੈ, ਉਹਨਾਂ ਦੀ ਐਕਟੀਵਿਟੀ ਦਾ ਰੇਟ ਵਧਾਉਂਦਾ ਹੈ। ਇੰਟਰਲਿਊਕਿਨ 10 ਘਟਾਉਂਦਾ ਹੈ। ਇੰਟਰਫੇਰੋਨ ਗਾਮਾ T ਹੈਲਪਰ 1 ਤੋਂ ਆਉਂਦਾ ਹੈ, ਇੰਟਰਲਿਊਕਿਨ 10 T ਹੈਲਪਰ 2 ਤੋਂ ਆਉਂਦਾ ਹੈ। ਇਸੇ ਤਰ੍ਹਾਂ ਇੰਟਰਲਿਊਕਿਨ 13 ਜਿਹੜਾ T ਹੈਲਪਰ 2 ਤੋਂ ਆਉਂਦਾ ਹੈ, ਇੱਕ ਤੇ ਉਹ B ਸੈੱਲ ਦੀ ਕਲਾਸ ਸਵਿਚਿੰਗ ਕਰਾਉਂਦਾ ਟੁਵਰਡਸ E ਤੇ ਦੂਜਾ ਇਹ ਮੈਕਰੋਫੇਜ ਨੂੰ ਕਨਵਰਟ ਕਰਦਾ ਹੈ ਫਰੋਮ M1 ਟੂ M2 ਟਾਈਪ। ਜਿਹੜਾ M2 ਟਾਈਪ ਦਾ ਮੈਕਰੋਫੇਜ ਹੁੰਦਾ ਨਾ ਉਹ ਐਂਟੀ ਇਨਫਲੈਮੇਟੋਰੀ ਕਹਿਲਾਉਂਦਾ, ਪ੍ਰਾਇਮਰੀਲੀ ਐਂਟੀ ਇਨਫਲੈਮੇਟੋਰੀ ਹੁੰਦਾ। ਜਿਹੜਾ M1 ਕਿਸਮ ਦਾ ਮੈਕਰੋਫੇਜ ਹੈ ਉਹ ਪ੍ਰਾਇਮਰੀਲੀ ਪ੍ਰੋ ਇਨਫਲੈਮੇਟੋਰੀ ਹੁੰਦਾ। ਸੋ ਪ੍ਰੋ ਇਨਫਲੈਮੇਟੋਰੀ ਤੋਂ ਉਹਨੂੰ ਸਵਿਚ ਕਰਾਉਂਦਾ ਇਨਟੂ ਐਂਟੀ ਇਨਫਲੈਮੇਟੋਰੀ। ਸੋ ਤੁਸੀਂ ਇਹ ਦੇਖੋਗੇ ਕਿ ਜਿਹੜੀ ਸਾਈਟੋਟੌਕਸਿਕ ਐਕਟੀਵਿਟੀ ਹੈ, ਜੇ ਹਿਊਮਰਲ ਆਰਮ ਐਕਟੀਵੇਟ ਹੋਇਆ ਤੇ ਸਾਈਟੋਟੌਕਸਿਕ ਐਕਟੀਵਿਟੀ ਨੂੰ ਘਟਾਉਂਦਾ ਹੈ, ਤੇ ਜੇ ਸਾਈਟੋਟੌਕਸਿਕ ਆਰਮ ਐਕਟੀਵੇਟ ਹੋਇਆ ਤੇ ਉਹ ਸਾਈਟੋਟੌਕਸਿਕ ਐਕਟੀਵਿਟੀ ਨੂੰ ਵਧਾਉਂਦਾ ਹੈ। ਸੋ ਦੈਟ ਇਜ਼ ਦ ਬੇਸਿਕ ਡਿਫਰੈਂਸ ਐਂਡ ਦੈਟ ਇਜ਼ ਦ ਬੇਸਿਕ ਆਈਡੀਆ ਆਫ ਦੀ ਇਮਿਊਨ ਸਿਸਟਮ। ਮੈਂ ਇਹਦੇ 'ਚ ਜਿਹੜੀ ਗੱਲ ਨਹੀਂ ਕੀਤੀ MHC ਕੰਪਲੈਕਸ ਕੀ ਹੁੰਦੇ ਨੇ, ਐਂਟੀਬੋਡੀ ਦਾ ਸਟਰਕਚਰ ਕੀ ਹੈ, ਸੋਮੈਟਿਕ ਹਾਈਪਰਮਿਊਟੇਸ਼ਨ ਕੇ ਐਂਟੀਬੋਡੀਜ਼ ਕਿਸ ਤਰ੍ਹਾਂ ਵੇਰੀਏਬਲ ਰੀਜਨ ਕਿਸ ਤਰ੍ਹਾਂ ਬਣਦੇ ਨੇ, VDJ ਜਿਹੜੇ ਚੇਨ ਚੇਂਜਸ ਨੇ ਉਹ ਕਿਸ ਤਰ੍ਹਾਂ ਆਉਂਦੀਆਂ ਨੇ, ਕੌਂਸਟੈਂਟ ਰੀਜਨ ਕਿੰਝ ਬਣਦਾ ਹੈ, ਕਲਾਸ ਸਵਿਚਿੰਗ ਕਿਸ ਤਰ੍ਹਾਂ ਹੁੰਦੀ ਹੈ, ਮੈਸਟ ਸੈੱਲ ਦਾ ਕੀ ਕੰਮ ਹੈ, ਐਲਰਜੀਜ਼ ਕੀ ਨੇ, ਬਹੁਤ ਸਾਰੇ ਹੋਰ ਟੌਪਿਕਸ ਨੇ ਜਿਹੜੇ ਅਸੀਂ ਦੁਬਾਰਾ ਪੜ੍ਹਾਂਗੇ। ਲੇਕਿਨ ਇਹ ਮੈਂ ਸ਼ੁਰੂ ਕਰਨਾ ਚਾਹੁੰਦਾ ਸਾਂ ਕਿ ਇੱਕ ਵੱਡੀ ਪਿਕਚਰ ਜਿਹੜੀ ਹੈ, ਬਿਗ ਪਿਕਚਰ ਹੈ, ਉਹ ਸਾਡੇ ਸਾਹਮਣੇ ਆ ਜਾਏ। ਵਿਦ ਦਿਸ ਥੈਂਕ ਯੂ ਵੈਰੀ ਮਚ ਐਂਡ ਆਈ ਵੁੱਡ ਟਾਕ ਟੂ ਯੂ ਅਗੇਨ ਵਿਦ ਦ ਨੈਕਸਟ ਟੌਪਿਕਸ। ਬਾਏ।